ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਜਾਪ ਦੀ ਸੇਵਾ ਤੋਂ ਆਰੰਭਤਾ ਕਰਦੇ ਹਾਂ ਜੀ। ਅੱਜ ਦੇ ਕੈਂਪ ਦੀ ਜਾਪ ਦੀ ਸੇਵਾ ਕੋਮਲਪ੍ਰੀਤ ਕੌਰ ਜੀ 11425 ਮੋਗਾ ਤੋਂ। ਜੇ ਜੁੜ ਚੁੱਕੇ ਨੇ ਤਾਂ ਕਿਰਪਾ ਕਰਕੇ ਹੈਂਡ ਰੇਜ਼ ਕਰਨ ਜੀ। ਕੋਮਲਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 11425 ਕੋਮਲਪ੍ਰੀਤ ਕੌਰ ਜੀ ਦਾ। ਹੁਣ ਆਪਾਂ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ। ਪਰ ਕੀਰਤਨ ਦੀ ਸੇਵਾ ਤੋਂ ਪਹਿਲਾਂ ਇੱਕ ਬੇਨਤੀ ਸਾਰਿਆਂ ਨੂੰ ਕਿ ਜਦੋਂ ਵੀ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਗੁਰ ਪ੍ਰਸਾਦ ਨਹੀਂ ਗੁਰ ਪ੍ਰਸਾਦ, ਜਦੋਂ ਵੀ ਅਸੀਂ ਪੜ੍ਹੀਏ ਗੁਰ ਪ੍ਰਸਾਦ। ਸੋ ਹੁਣ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਨਗੇ ਜਸਲੀਨ ਕੌਰ ਜੀ, EPP ਨੰਬਰ 6039 ਅੰਮ੍ਰਿਤਸਰ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
मेरा साजन साजन मेरा साजन कलोड़ा मेरा साजन कलोड़ा मेरा साजन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਣਾ ਨਾਮ ਦੱਸੋਗੇ ਜੀ ਦੁਬਾਰਾ ਤੋਂ ਦੋਨੋਂ ਜਣੇ, ਜਸਲੀਨ ਕੌਰ। ਤੇ ਜਿਨ੍ਹਾਂ ਨੇ ਤਬਲਾ ਵਜਾਇਆ ਜੀ? ਨਾਮ ਜਸਲੀਨ ਕੌਰ। ਬਹੁਤ ਵਧੀਆ ਤੁਸੀਂ ਕੀਰਤਨ ਕੀਤਾ, ਤਬਲਾ ਬਹੁਤ ਵਧੀਆ ਵਜਾਇਆ। ਬਹੁਤ ਘੱਟ ਲੜਕੀਆਂ ਤਬਲਾ ਵਜਾਉਂਦੀਆਂ ਨੇ, ਔਰ ਇਹ ਪਹਿਲਾਂ ਵੀ ਸਾਰਿਆਂ ਨੂੰ ਕਿਹਾ ਗਿਆ ਸੀ ਕਿ ਜ਼ਰੂਰ ਅਸੀਂ ਜਿੱਥੇ ਕੀਰਤਨ ਸਿੱਖਣਾ, ਹਾਰਮੋਨੀਅਮ ਸਿੱਖਣਾ, ਤਬਲਾ ਵੀ ਅਸੀਂ ਸਾਰੇ ਜ਼ਰੂਰ ਸਿੱਖੀਏ। ਬਹੁਤ ਵਧੀਆ ਜੀ, ਔਰ ਇੱਥੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਬਣਾਈ ਰੱਖਣ, ਔਰ ਜ਼ਰੂਰ ਅਸੀਂ ਜਿੱਥੇ ਅਸੀਂ ਆਪਣੀ ਕਿਰਤ ਕਰਦੇ ਹਾਂ ਉੱਥੇ ਨਾਲ ਨਾਲ ਉਸ ਪਰਮਾਤਮਾ ਦੀ ਕੀਰਤੀ ਵੀ ਕਰੀਏ। ਬਹੁਤ ਧੰਨਵਾਦ ਜੀ ਦੋਨਾਂ ਬੱਚੀਆਂ ਦਾ। ਸੋ ਹੁਣ ਅੱਜ ਅਸੀਂ ਆਪਣੇ ਪਹਿਲੇ ਸੈਸ਼ਨ ਵੱਲ ਵਧਦੇ ਹਾਂ ਜੀ। ਸੋ ਅੱਜ ਦਾ ਜੋ ਪਹਿਲਾ ਸੈਸ਼ਨ ਹੈ ਉਹ ਸਾਡਾ ਲੈਣਗੇ ਜੀ ਵਾਈਸੀ ਜਸਪ੍ਰੀਤ ਸਿੰਘ ਜੀ ਜੈਤੋ ਤੋਂ, ਤੇ ਉਹਨਾਂ ਦਾ ਵਿਸ਼ਾ ਹੈ ਜੀ ਆਪ ਸਵਾਰੇ ਮੈਂ ਮਿਲੇ। ਜਿੰਨੇ ਬੱਚੇ ਅੱਜ ਦੇ ਇਸ ਸਮਰ ਕੈਂਪ ਦੇ ਵਿੱਚ ਜੁੜੇ ਹੋਏ ਨੇ, ਸਾਰੇ ਵਾਈਸੀ ਵੀਰ ਭੈਣਾਂ, ਆਓ ਸਭ ਤੋਂ ਪਹਿਲਾਂ ਅਸੀਂ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਪਿਆਰ ਸਤਿਕਾਰ ਸਹਿਤ ਬੋਲੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਬੇਨਤੀ ਹੈ ਜੀ ਸਾਰੇ ਬੱਚਿਆਂ ਨੂੰ ਕਿ ਅੱਜ ਦਾ ਜਿਹੜਾ ਮੌਸਮ ਹੈ ਲਗਭਗ ਖਰਾਬ ਹੀ ਚੱਲ ਰਿਹਾ ਹੈ। ਸਾਰੇ ਬੱਚੇ ਅਸੀਂ ਕੋਸ਼ਿਸ਼ ਕਰੀਏ ਜੀ ਨੈਟਵਰਕ ਦੇ ਵਿੱਚ ਹੀ ਰਹੀਏ, ਅਤੇ ਜ਼ਿਆਦਾ ਅੰਦਰ ਵੀ ਨਾ ਬੈਠੀਏ, ਜ਼ਿਆਦਾ ਬਾਹਰ ਵੀ ਨਾ ਬੈਠੀਏ ਜੀ। ਅਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਜੀ ਆਪ ਸਵਾਰੇ ਮੈਂ ਮਿਲੇ। ਬਾਬਾ ਫਰੀਦ ਜੀਆਂ ਦੇ ਸ਼ਲੋਕਾਂ ਦੇ ਵਿੱਚੋਂ ਜੋ 95 ਨੰਬਰ ਸ਼ਲੋਕ ਹੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ।
ਮੈਂ ਨਾਲ ਹੀ ਬੇਨਤੀ ਕਰਾਂ ਜੀ ਗਗਨਵੀਰ ਜੀ, ਜੇ ਹੋ ਸਕਦਾ ਹੈ ਤਾਂ ਕਿਰਪਾ ਕਰਕੇ ਸਲਾਈਡ ਸ਼ੇਅਰ ਕਰ ਦਿਓ ਜੀ, ਤਾਂ ਜੋ ਜਦੋਂ ਗੁਰਬਾਣੀ ਅਸੀਂ ਲਿਖੀ ਹੋਈ ਦੇਖਦੇ ਹਾਂ ਤਾਂ ਉਹ ਸਾਰੇ ਬੱਚਿਆਂ ਨੂੰ ਵਧੀਆ ਸਮਝ ਦੇ ਵਿੱਚ ਆ ਜਾਂਦਾ ਜੀ। ਬਹੁਤ ਧੰਨਵਾਦ ਜੀ। ਹਾਂਜੀ, ਨੈਕਸਟ ਸਲਾਈਡ ਕਰ ਦਿਓ ਵੀਰ ਜੀ। ਬਾਬਾ ਫਰੀਦ ਜੀਆਂ ਦਾ 95 ਨੰਬਰ ਸ਼ਲੋਕ ਹੈ ਜੀ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਦੇ ਕਲਾਸ ਦੇ ਵਿੱਚ, ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਆਪਣੇ ਆਪੇ ਨੂੰ ਸਵਾਰਨ ਦੀ, ਅਤੇ ਅਸੀਂ ਜੇ ਆਪਣੇ ਆਪੇ ਨੂੰ ਸਵਾਰ ਲਿਆ, ਜਿੱਥੋਂ ਤੱਕ ਮੇਰੀ ਮੱਤ ਹੈ, ਮੇਰੀ ਬੁੱਧੀ ਹੈ, ਅਸੀਂ ਜੇ ਆਪਣੇ ਆਪੇ ਨੂੰ ਸਵਾਰ ਲਈਏ, ਅਸੀਂ ਸੱਚਿਆਰੇ ਬਣ ਸਕਦੇ ਹਾਂ, ਅਸੀਂ ਗੁਰੂ ਪਾਤਸ਼ਾਹ ਜੀਆਂ ਦੀ ਮਿਹਰ ਦੇ ਪਾਤਰ ਬਣ ਸਕਦੇ ਹਾਂ। ਅਤੇ ਬਾਬਾ ਫਰੀਦ ਸਾਹਿਬ ਜੀ ਵੀ ਸਾਨੂੰ ਸਮਝਾ ਰਹੇ ਨੇ, ਜਦੋਂ ਅਸੀਂ ਉਹਨਾਂ ਦੇ ਇਸ ਤੋਂ ਪਹਿਲਾਂ ਵਾਲੇ ਸ਼ਲੋਕ ਵੀ ਪੜ੍ਹਦੇ ਹਾਂ, ਜਿਵੇਂ ਗੋਰ ਨਮਾਣੀ ਛੱਡ ਕਰੇ ਨੇ ਘਰਿਆਂ ਘਰ ਆਓ, ਠੀਕ ਹੈ ਜੀ, ਕਿ ਅਸੀਂ ਇਹਨੇ ਘਰੇ ਹੋਏ ਫਿਰਦੇ ਹਾਂ, ਪਰ ਜੇ ਅਸੀਂ ਆਪਣੇ ਆਪ ਨੂੰ ਸਵਾਰ ਲਵਾਂਗੇ ਸਾਨੂੰ ਇੱਕ ਵਧੀਆ ਘਰ ਮਿਲ ਜਾਵੇਗਾ। ਉਹ ਵਧੀਆ ਘਰ ਕੀ ਹੋਏਗਾ ਜੀ, ਜਦੋਂ ਅਸੀਂ ਕੁਝ ਸ਼ਲੋਕ ਅੱਗੇ ਚੱਲਦੇ ਹਾਂ ਅਤੇ ਉਦੋਂ ਫਿਰ ਸਾਨੂੰ ਸਮਝ ਦੇ ਵਿੱਚ ਆਉਂਦਾ ਏ ਕਿ ਜਦੋਂ ਅਸੀਂ ਮਰ ਵੀ ਜਾਵਾਂਗੇ ਨਾ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੈ ਬਾਰ। ਗੱਲ ਹੈ ਸਾਰੀ ਅਸੀਂ ਆਪਣੇ ਆਪ ਨੂੰ ਸਵਾਰ ਲਈਏ ਜੀ। ਬਾਬਾ ਫਰੀਦ ਸਾਹਿਬ ਜੀ ਦਾ ਇਹ ਸ਼ਲੋਕ ਸਾਨੂੰ ਸਮਝਾ ਰਿਹਾ ਏ ਕਿ ਇੱਕ ਤਰ੍ਹਾਂ ਦੇ ਨਾਲ ਪਰਮਾਤਮਾ ਸਾਨੂੰ ਕਹਿ ਰਹੇ ਨੇ, ਬੰਦਿਆ ਤੂੰ ਆਪਣੇ ਆਪ ਨੂੰ ਸਵਾਰ, ਜੇ ਆਪ ਨੂੰ ਸਵਾਰ ਲੇਗਾ ਤੈਨੂੰ ਮੈਂ ਮਿਲ ਜਾਵਾਂਗਾ, ਅਤੇ ਜੇ ਤੈਨੂੰ ਮੈਂ ਮਿਲ ਗਿਆ ਫਿਰ ਤੇਰੇ ਕੋਲ ਸਾਰੇ ਸੁੱਖ ਆ ਜਾਣਗੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਭਾਵੇਂ ਕਿ ਇਹ ਸ਼ਲੋਕ ਹੈ ਬਾਬਾ ਫਰੀਦ ਜੀਆਂ ਨੇ ਉਚਾਰਨ ਕੀਤਾ ਹੋਇਆ ਹੈ, ਪਰ ਬਾਬਾ ਫਰੀਦ ਜੀ ਇਹਦੇ ਵਿੱਚ ਆਪਣੇ ਆਪ ਨੂੰ ਅੱਗੇ ਨਹੀਂ ਰੱਖ ਰਹੇ, ਅੱਗੇ ਰੱਖ ਰਹੇ ਨੇ ਪਰਮਾਤਮਾ ਜੀ ਨੂੰ, ਵਾਹਿਗੁਰੂ ਜੀ ਨੂੰ, ਕਿ ਵਾਹਿਗੁਰੂ ਜੀ ਇਹ ਗੱਲ ਸੰਬੋਧਨ ਕਰਦਿਆਂ ਹੋਏ ਕਹਿ ਰਹੇ ਹੈ। ਹਾਂਜੀ, ਨੈਕਸਟ ਸਲਾਈਡ ਕਰੀਏ ਜੀ ਫਿਰ ਜੀ। ਅੱਗੇ ਜੀ ਆਪਾ ਸਵਾਰਨਾ, ਗੁਰਬਾਣੀ ਦੇ ਵਿੱਚ ਬਹੁਤ ਸਾਰੇ ਫਰਮਾਨ ਆਉਂਦੇ ਹੈ, ਪਰ ਉਹਨਾਂ ਫਰਮਾਨਾਂ ਨੂੰ ਲੈਣ ਤੋਂ ਪਹਿਲਾਂ ਜੋ ਮਹਾਨ ਕੋਸ਼ ਦੇ ਰਚੇਤਾ ਨੇ ਭਾਈ ਕਾਹਨ ਸਿੰਘ ਨਾਭਾ ਜੀ, ਉਹਨਾਂ ਨੇ ਸਵਾਰਨਾ ਦਾ ਜੋ ਅਰਥ ਕੀਤਾ ਹੋਇਆ ਜੀ, ਦਰੁਸਤ ਕਰਨਾ, ਸੁਧਾਰਨਾ, ਅਤੇ ਦੂਸਰਾ ਅਰਥ ਕੀਤਾ ਹੈ ਜੀ ਸੁੰਦਰ ਵਰਣਨ ਕਰਨਾ। ਅਤੇ ਅਸੀਂ ਇੱਥੇ ਜੋ ਪਾਵਨ ਸ਼ਲੋਕ ਉਚਾਰਨ ਕੀਤਾ ਹੋਇਆ ਬਾਬਾ ਫਰੀਦ ਜੀ ਦਾ, ਆਪ ਸਵਾਰੈ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਇੱਥੇ ਅਸੀਂ ਆਪਾ ਸਵਾਰਨ ਦਾ ਅਰਥ ਜੋ ਪਹਿਲੇ ਨੰਬਰ 'ਤੇ ਲਿਖਿਆ ਹੋਇਆ ਹੈ ਕਿ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਦਰੁਸਤ ਕਰਨਾ ਹੈ ਜੀ, ਆਪਣੇ ਆਪ ਨੂੰ ਸੁਧਾਰਨਾ ਹੈ। ਸਾਡੇ 'ਚ ਬਹੁਤ ਸਾਰੀਆਂ ਗਲਤੀਆਂ ਨੇ, ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। ਜਿਸ ਤਰ੍ਹਾਂ ਦੇ ਨਾਲ ਬੱਚੀਆਂ ਨੇ ਜੋ ਸ਼ਬਦ ਗਾਇਨ ਕੀਤਾ ਹੈ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਕਿ ਪਰਮਾਤਮਾ ਸਾਡੇ ਨੇੜੇ ਹੈ, ਇੰਨੀ ਨੇੜੇ ਹੈ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ। ਨਿਕਟ ਖਲੋਏੜਾ ਮੇਰਾ ਸਾਜਨੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹਵੰਦਾ ਲੈ ਨਾ ਸਕੰਦਾ, ਸੁਆਉ ਨਾ ਜਾਣੈ ਮੂੜਾ, ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ, ਪਰ ਅਸੀਂ ਉਹਦੀ ਹੋਂਦ ਦਾ ਕਿਤੇ ਅਹਿਸਾਸ ਹੀ ਨਹੀਂ ਕੀਤਾ। ਇਹ ਸਾਡੀ ਬੜੀ ਵੱਡੀ ਕਮੀ ਹੈ। ਅਤੇ ਜੋ ਸ਼ਬਦ ਦੇ ਅਖੀਰਲੀ ਪੰਕਤੀ ਸੀ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਅਸੀਂ ਇਸ ਰਸਤੇ 'ਤੇ ਚੱਲਣਾ ਹੈ, ਅਸੀਂ ਗੁਰੂ ਦੇ ਨਾਲ ਜੁੜ ਕੇ ਇਸ ਰਸਤੇ 'ਤੇ ਪਹੁੰਚ ਸਕਦੇ ਹਾਂ ਕਿ ਸਾਨੂੰ ਪਰਮਾਤਮਾ ਦਾ ਹਰ ਸਮੇਂ ਅਹਿਸਾਸ ਹੋਵੇ ਜੀ। ਅਗਲੀ ਸਲਾਈਡ ਕਰਨਾ ਵੀਰ ਜੀ। ਗੁਰਬਾਣੀ ਦੇ ਵਿੱਚ ਸਾਨੂੰ ਹੋਰ ਵੀ ਬੜੇ ਫਰਮਾਨ ਮਿਲਦੇ ਨੇ ਜੀ ਸਾਨੂੰ ਆਪਾ ਸਵਾਰਨ ਬਾਰੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ, ਇਹ ਜੋ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾਹੀਂ। ਜਦੋਂ ਇਹ ਪੂਰਾ ਸ਼ਬਦ ਪੜ੍ਹਦੇ ਹਾਂ ਜੀ, ਸਾਡਾ ਇਹ ਸੁਭਾਅ ਬਣਿਆ ਪਿਆ ਏ, ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਏ। ਜਦੋਂ ਕਿਸੇ ਹੋਰ ਦਾ ਨੁਕਸਾਨ ਹੁੰਦਾ ਹੈ ਨਾ, ਅਤੇ ਅਸੀਂ ਉਹਦੇ ਨੁਕਸਾਨ ਨੂੰ ਬੜੇ ਢੰਗ ਤਰੀਕੇ ਨਾਲ ਬਿਆਨ ਕਰਦੇ ਹਾਂ ਕਿ ਉਹ ਬੰਦੇ ਦਾ ਇਹ ਨੁਕਸਾਨ ਹੋ ਗਿਆ, ਉਹਦਾ ਇਹ ਨੁਕਸਾਨ ਹੋ ਗਿਆ। ਭਾਵ ਕਿਸੇ ਦੀ ਮਾੜੀ ਖਬਰ ਸੁਣ ਕੇ ਸਾਨੂੰ ਖੁਸ਼ੀ ਹੁੰਦੀ ਹੈ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ,
ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ। ਜੇ ਕਿਸੇ ਦੂਸਰੇ ਦਾ ਨੁਕਸਾਨ ਹੁੰਦਾ ਏ ਤੇ ਅਸੀਂ ਖੁਸ਼ ਹੁੰਨੇ ਆ, ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਰਮਾਤਮਾ ਨਾਲ ਜੁੜੇ ਹੋਏ ਦੀ ਨਿਸ਼ਾਨੀ ਨਹੀਂ। ਪਰਮਾਤਮਾ ਨਾਲ ਜੁੜੇ ਹੋਏ ਦੀ ਨਿਸ਼ਾਨੀ ਹੈ ਕਿ ਦੂਸਰਿਆਂ ਦੇ ਔਗਣ ਫੁਰੋਲਣ ਦੀ ਬਜਾਏ ਅਸੀਂ ਸਾਰੇ ਆਪਣੇ ਅੰਦਰ ਝਾਤ ਮਾਰ ਕੇ ਦੇਖਣੀ ਹੈ ਜੀ, ਆਪਣੇ ਆਪ ਨਾਲ ਗੱਲਾਂ ਕਰਨੀਆਂ ਨੇ। ਤੇ ਅੱਜ ਦਾ ਅਸੀਂ ਜੋ ਇਹ ਵਿਸ਼ਾ ਲੈ ਰਹੇ ਹਾਂ, ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਕਿ ਅਸੀਂ ਸਾਰਿਆਂ ਨੇ ਆਪਣੇ ਆਪ ਨਾਲ ਅੱਜ ਕੁਛ ਕੁ ਗੱਲਾਂ ਕਰਨੀਆਂ ਨੇ। ਅਗਲੀ ਸਲਾਈਡ ਕਰਨਾ ਵੀਰ ਜੀ। ਗੁਰਬਾਣੀ ਦੇ ਵਿੱਚ ਹੋਰ ਬਹੁਤ ਸਾਰੇ ਫਰਮਾਨ ਆਉਂਦੇ ਨੇ ਜੀ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਏ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਉਸ ਸਮੇਂ ਤੋਂ ਲੋਕ ਸੀ, ਉਹ ਕਹਿੰਦੇ ਸੀ ਕਿ ਜੰਗਲਾਂ ਦੇ ਵਿੱਚ ਜਾ ਕੇ ਪਰਮਾਤਮਾ ਮਿਲ ਜਾਵੇਗਾ, ਪਰ ਗੁਰੂ ਪਾਤਸ਼ਾਹ ਜੀਆਂ ਨੇ ਕਿਹਾ ਕਿ ਨਹੀਂ, ਪਰਮਾਤਮਾ ਸਾਡੇ ਬਹੁਤ ਨੇੜੇ ਹੈ। ਕਾਹੇ ਰੇ ਬਣ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਓਏ ਭਲਿਓ ਬੰਦਿਓ, ਤੁਸੀਂ ਜੰਗਲਾਂ ਨੂੰ ਕਾਹਦੇ ਵਾਸਤੇ ਖੋਜ ਛੱਡਿਆ? ਪਰਮਾਤਮਾ ਤੁਹਾਡੇ ਨੇੜੇ ਵਸਦਾ ਏ। ਕਿੰਨਾ ਨੇੜੇ ਵਸਦਾ ਜੀ? ਪੁਹਪ ਮੱਧ ਜਿਉਂ ਬਾਸ ਵਸਤ ਹੈ। ਪਰਮਾਤਮਾ ਸਾਡੇ ਇੰਨਾ ਨੇੜੇ ਹੈ। ਪੁਹ ਪਦਾਰਥ ਹੁੰਦਾ ਜੀ ਫੁੱਲ। ਜਿਸ ਤਰ੍ਹਾਂ ਦੇ ਨਾਲ ਫੁੱਲ ਦੇ ਅੰਦਰ ਖੁਸ਼ਬੂ ਹੈ, ਇਸ ਤਰ੍ਹਾਂ ਸਾਡੇ ਨਾਲ ਪਰਮਾਤਮਾ ਹਰ ਸਮੇਂ ਹੈ। ਪੁਹਪ ਮੱਧ ਜਿਉਂ ਬਾਸ ਵਸਤ ਹੈ ਮੁੱਕਰ ਮਾਹੇ ਜੈਸੇ ਛਾਈ। ਮੁੱਕਰ ਕਹਿੰਦੇ ਆ ਜੀ ਸ਼ੀਸ਼ੇ ਨੂੰ, ਦਰਪਣ ਨੂੰ। ਅਸੀਂ ਸ਼ੀਸ਼ੇ ਦੇ ਵਿੱਚ ਆਪਣਾ ਅਕਸ ਦੇਖਦੇ ਹਾਂ। ਜਿਸ ਤਰ੍ਹਾਂ ਦੇ ਨਾਲ ਸਾਡਾ ਪਰਛਾਵਾਂ ਕਦੇ ਵੀ ਸਾਡਾ ਸਾਥ ਨਹੀਂ ਛੱਡਦਾ, ਤੇ ਇਸੇ ਤਰ੍ਹਾਂ ਦੇ ਨਾਲ ਪਰਮਾਤਮਾ ਏ, ਉਹ ਪਰਛਾਵੇਂ ਵਾਂਗੂ ਸਾਡੇ ਨਾਲ ਨਾਲ ਰਹਿ ਰਿਹਾ ਜੀ। ਤੇ ਅਸੀਂ ਕੋਸ਼ਿਸ਼ ਕਰੀਏ ਆਪਣੇ ਆਪੇ ਨੂੰ ਪਛਾਣਨ ਦੀ ਜੀ, ਆਪਣੇ ਆਪੇ ਨੂੰ ਚੀਨਣ ਦੀ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਸ਼ਬਦ ਆਉਂਦਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਗੱਲ ਕਰ ਰਹੇ ਹਾਂ ਜੀ, ਸਾਰੇ ਬੱਚੇ ਧਿਆਨ ਦੇਈਏ ਜੀ, ਆਪਾ ਸਵਾਰਨ ਦੀ। ਇਹ ਆਪਾ ਕੀ ਹੁੰਦਾ ਹੈ ਜੀ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਅਸੀਂ ਆਪਣੇ ਆਪ ਨੂੰ ਚੀਨਣ ਲੱਗ ਜਾਵਾਂਗੇ ਨਾ, ਆਪਣੇ ਆਪ ਨੂੰ ਖੋਜਣ ਲੱਗ ਜਾਵਾਂਗੇ, ਉਦੋਂ ਅਸੀਂ ਪਰਮਾਤਮਾ ਨਾਲ, ਵਾਹਿਗੁਰੂ ਜੀ ਨਾਲ ਇੱਕ ਤਰ੍ਹਾਂ ਦੇ ਨਾਲ ਪਿਆਰ ਪਾ ਲਵਾਂਗੇ ਜੀ। ਤੇ ਅਸੀਂ ਕੌਣ ਹਾਂ ਜੀ? ਅਗਲੀ ਸਲਾਈਡ ਕਰਨਾ ਵੀਰ ਜੀ। ਹਾਂਜੀ, ਅਸੀਂ ਦੇਖਣਾ ਹੁਣ, ਇਹ ਤੁਹਾਡੇ ਸਾਰਿਆਂ ਦੇ ਸਕਰੀਨ ਤੇ ਇੱਕ ਫੋਟੋ ਆਈ ਹੋਏਗੀ ਜੀ। ਅਸੀਂ ਸਾਰੇ ਦੱਸ ਸਕਦੇ ਹਾਂ ਜੀ ਕਿ ਇਹ ਕੀ ਹੈ ਜੀ। ਇਹ ਇੱਕ ਸਕੂਟਰ ਹੈ ਜੀ। ਇਸ ਤੇ ਅਸੀਂ ਬੈਠ ਕੇ ਬਹੁਤ ਦੂਰ ਤੱਕ ਦਾ ਸਫ਼ਰ ਤੈਅ ਕਰ ਸਕਦੇ ਹਾਂ ਜੀ। ਜਿੱਥੇ ਕਿਤੇ ਜਾਣਾ ਹੋਵੇ ਬੜੀ ਜਲਦੀ ਜਾ ਸਕਦੇ ਹਾਂ। ਤੇ ਅਸੀਂ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਜੀ ਅੱਜ। ਤੇ ਅਸੀਂ ਪਹਿਲਾ ਸਵਾਲ ਹੈ ਜੀ ਕਿ ਇਹ ਇੱਕ ਸਕੂਟਰ ਹੈ, ਤੇ ਸਾਡਾ ਸਾਰਿਆਂ ਦਾ ਜਵਾਬ ਹੋਏਗਾ ਕਿ ਹਾਂਜੀ ਇਹ ਸਕੂਟਰ ਹੈ। ਤੇ ਅਗਲਾ ਸਵਾਲ ਹੈ ਜੀ, ਕੀ ਇਹ ਮੇਰਾ ਸਕੂਟਰ ਹੈ? ਇਹ ਵੀ ਅਸੀਂ ਘਰ ਦਾ ਕੋਈ ਸਾਡੇ ਬਾਈਕ ਚੇਤੇ ਕਰ ਲਈਏ ਨਾ, ਸਾਡਾ ਆਪਣਾ ਕੋਈ ਪਰਸਨਲੀ ਬਾਈਕ ਹੈ, ਅਸੀਂ ਇੱਕ ਤਰ੍ਹਾਂ ਨਾਲ ਉਹਦੇ ਨਾਲ ਵੀ ਗੱਲਾਂ ਕਰ ਰਹੇ ਹਾਂ ਕਿ ਇਹ ਮੇਰਾ ਸਕੂਟਰ ਹੈ ਨਾ। ਤੇ ਜੇ ਸਾਡੇ ਪੈਸੇ ਲੱਗੇ ਹੋਣਗੇ ਤੇ ਫਿਰ ਸਾਡਾ ਸਕੂਟਰ ਹੀ ਹੋਇਆ ਨਾ। ਹਾਂਜੀ, ਇਹ ਮੇਰਾ ਸਕੂਟਰ ਹੈ। ਤੇ ਤੀਜਾ ਸਵਾਲ ਹੈ ਕਿ ਕੀ ਮੈਂ ਸਕੂਟਰ ਹਾਂ? ਇਹਦਾ ਜਵਾਬ ਹੋਏਗਾ ਜੀ ਨਹੀਂ, ਮੈਂ ਸਕੂਟਰ ਨਹੀਂ। ਇਹ ਸਕੂਟਰ ਹੈ, ਇਹ ਮੇਰਾ ਸਕੂਟਰ ਹੈ, ਪਰ ਮੈਂ ਸਕੂਟਰ ਨਹੀਂ ਹਾਂ ਜੀ। ਅਗਲੀ ਸਲਾਈਡ ਜੀ। ਹਾਂਜੀ, ਫਿਰ ਜੀ ਅਸੀਂ ਜਿਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਹਾਂ, ਜਿਨ੍ਹਾਂ ਮਕਾਨਾਂ ਦੇ ਵਿੱਚ ਰਹਿੰਦੇ ਹਾਂ, ਆਪਣੇ ਘਰ ਵੱਲ ਝਾਤ ਮਾਰ ਕੇ ਦੇਖੀਏ ਜੀ। ਜਦੋਂ ਅਸੀਂ ਆਪਣੇ ਘਰ ਵੱਲ ਦੇਖਾਂਗੇ ਵੀ ਕੀ ਹੈ ਘਰ ਏ, ਤੇ ਅਸੀਂ ਕਹਿ ਦਾਂਗੇ ਕਿ ਹਾਂ ਘਰ ਹੈ ਇਹ। ਵੈਸੇ ਘਰ ਦੀ ਜਿਹੜੀ ਨਿਸ਼ਾਨੀ ਹੈ ਨਾ, ਘਰ ਇੱਟਾਂ ਨਾਲ ਜਾਂ ਗਾਰੇ ਨਾਲ ਜਾਂ ਸੀਮੈਂਟ ਸਰੀਏ ਨਾਲ ਨਹੀਂ ਬਣਦਾ। ਸੀਮੈਂਟ ਸਰੀਏ ਨਾਲ ਕੇਵਲ ਮਕਾਨ ਬਣ ਸਕਦੇ ਆ ਜੀ। ਤੇ ਘਰ ਉਹੀ ਹੈ ਜਿੱਥੇ ਪਰਿਵਾਰ ਦੇ ਸਾਰੇ ਜੀਆਂ ਦੇ ਵਿੱਚ ਆਪਸ ਦੇ ਵਿੱਚ ਬੜਾ ਸਨੇਹਪੂਰਵਕ ਮਾਹੌਲ ਹੈ। ਜਿਸ ਘਰ ਦੇ ਵਿੱਚ, ਜਿਸ ਮਕਾਨ ਦੇ ਵਿੱਚ ਬੜਾ ਸਨੇਹਪੂਰਵਕ ਮਾਹੌਲ ਹੈ, ਅਸਲ ਦੇ ਵਿੱਚ ਘਰ ਅਸੀਂ ਉਹਨੂੰ ਹੀ ਕਹਿੰਦੇ ਹਾਂ। ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ, ਭਗਤ ਕਬੀਰ ਜੀਆਂ ਦਾ ਵੀ ਇੱਕ ਸ਼ਬਦ ਆਉਂਦਾ ਏ, ਕਬੀਰ ਜੈ ਘਰ ਸਾਧਨ ਸੇਈਐ। ਜਿਸ ਘਰ ਦੇ ਵਿੱਚ ਪਰਮਾਤਮਾ ਦੇ ਬੰਦਿਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਜੈ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀਂ। ਪਰਮਾਤਮਾ ਦੇ ਬੰਦਿਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ। ਤੇ ਘਰ ਮਰਹਟ ਸਾਰਖੇ,
ਕਹਿੰਦੇ ਅਸਲ ਦੇ ਵਿੱਚ ਉਹ ਘਰ ਨਹੀਂ ਹੁੰਦੇ, ਉਹ ਉਜਾੜ ਹੁੰਦੇ ਹੈ। ਤੇ ਘਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੇ। ਤੇ ਕਹਿੰਦੇ ਇਹੋ ਜਿਹੇ ਘਰਾਂ ਦੇ ਵਿੱਚ ਜਿੱਥੇ ਪ੍ਰਮਾਤਮਾ ਦੀ ਯਾਦ ਨਹੀਂ ਨਾ, ਉੱਥੇ ਫਿਰ ਬੰਦੇ ਨਹੀਂ, ਉੱਥੇ ਪ੍ਰਮਾਤਮਾ ਨਹੀਂ, ਉਹਨਾਂ ਘਰਾਂ ਦੇ ਵਿੱਚ ਭੂਤ ਵਸਦੇ ਹੈ। ਤੇ ਅਸੀਂ ਸਾਰੇ ਹੀ ਬੜੇ ਸੁਭਾਗੇ ਹਾਂ, ਸਾਨੂੰ ਆਪਣੇ ਘਰ ਦੇ ਅੰਦਰ ਬੈਠ ਕੇ ਗੁਰਬਾਣੀ ਪੜ੍ਹਨ ਦਾ ਜੋ ਮਾਹੌਲ ਮਿਲਿਆ ਹੈ। ਤੇ ਇਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਮਕਾਨਾਂ ਨੂੰ ਘਰ ਬਣਾ ਸਕਦੇ ਹਾਂ। ਤੇ ਹੁਣ ਅਸੀਂ ਸਾਰਿਆਂ ਨੇ ਆਪਣੇ ਘਰ ਵੱਲ ਨਿਗਾਹ ਮਾਰ ਕੇ ਦੇਖਣਾ ਹੈ ਜੀ, ਆਪੋ ਆਪਣੇ ਘਰ ਨੂੰ ਧਿਆਨ ਦੇ ਵਿੱਚ ਲਿਆਈਏ ਕਿ ਕੀ ਇਹ ਘਰ ਹੈ। ਇਹਦਾ ਜਵਾਬ ਕਈਆਂ ਦਾ ਹਾਂ ਹੋਏਗਾ ਜੀ, ਕਈਆਂ ਦਾ ਨਾ ਹੋਏਗਾ। ਦੂਸਰਾ ਸਵਾਲ ਹੈ, ਵੈਸੇ ਬਹੁਤਿਆਂ ਦਾ ਜਵਾਬ ਹਾਂ ਦੇ ਵਿੱਚ ਹੀ ਹੋਏਗਾ ਜੀ, ਜਿੱਥੇ ਅਸੀਂ ਰਹਿ ਰਹੇ ਹਾਂ ਅਸੀਂ ਉਹਨੂੰ ਘਰ ਹੀ ਕਹਿੰਦੇ ਹਾਂ। ਦੂਸਰਾ ਸਵਾਲ ਹੈ ਜੀ, ਕੀ ਇਹ ਸਾਡਾ ਘਰ ਹੈ? ਅਸੀਂ ਜਿੱਥੇ ਸਾਡਾ ਮੋਹ ਪਿਆਰ ਹੁੰਦਾ ਉੱਥੇ ਭੱਜ ਕੇ ਆਉਣੇ ਆ, ਜਿੰਨਾ ਮਰਜ਼ੀ ਹਨੇਰਾ ਹੋ ਜੇ, ਜਿੰਨੀ ਮਰਜ਼ੀ ਰਾਤ ਹੋ ਜੇ, ਅਸੀਂ ਕਹਿੰਦੇ ਹਾਂ ਕਿ ਘਰੇ ਪਹੁੰਚਣਾ ਜ਼ਰੂਰੀ ਹੈ, ਘਰੇ ਪਹੁੰਚਣਾ ਲਾਜ਼ਮੀ ਹੈ। ਕੀ ਇਹ ਸਾਡਾ ਘਰ ਹੈ? ਇਹਦਾ ਜਵਾਬ ਹੋਏਗਾ ਹਾਂਜੀ ਸਾਡਾ ਘਰ ਹੈ। ਤੇ ਤੀਸਰਾ ਸਵਾਲ ਹੈ ਜੀ, ਕੀ ਅਸੀਂ ਘਰ ਹਾਂ? ਨਹੀਂ। ਇਹਦਾ ਜਵਾਬ ਹੋਏਗਾ ਕਿ ਅਸੀਂ ਘਰ ਨਹੀਂ, ਘਰ ਸਾਡੇ ਤੋਂ ਅਲੱਗਾ ਹੈ। ਅਗਲੀ ਸਲਾਈਡ ਕਰਨਾ ਵੀਰ ਜੀ। ਹਾਂਜੀ, ਅੱਗੇ ਹੁਣ ਅਸੀਂ ਸਾਰੇ ਦੇਖੀਏ ਜੀ, ਇਹ ਇੱਕ ਮਨੁੱਖੀ ਚਿੱਤਰ ਬਣਾਇਆ ਹੋਇਆ ਹੈ। ਅਹਿਸਾਸ ਕਰੀਏ ਕਿ ਜੋ ਚਿੱਤਰ ਹੈ, ਜੋ ਫੋਟੋ ਹੈ, ਇਹ ਸਾਡੀ ਬਣੀ ਹੋਈ ਹੈ ਜੀ। ਆਪਣੇ ਆਪ ਨੂੰ ਇਸ ਅਹਿਸਾਸ ਦੇ ਵਿੱਚ ਲੈ ਕੇ ਆਈਏ ਕਿ ਜੋ ਚਿੱਤਰ ਬਣਿਆ ਹੋਇਆ ਹੈ ਮੇਰੀ ਫੋਟੋ ਹੈ ਜੀ, ਮੇਰੇ ਸਰੀਰ ਦੀ ਫੋਟੋ ਹੈ। ਤੇ ਪਹਿਲਾ ਸਵਾਲ ਜੀ ਬਿਲਕੁਲ ਸੇਮ ਹੈ, ਕੀ ਇਹ ਸਰੀਰ ਹੈ? ਹਾਂਜੀ ਇਹ ਸਰੀਰ ਹੈ। ਕੀ ਇਹ ਮੇਰਾ ਸਰੀਰ ਹੈ? ਇਹ ਵੀ ਸੇਮ ਆਨਸਰ ਹੋਏਗਾ ਜੀ, ਹਾਂਜੀ ਮੇਰਾ ਸਰੀਰ ਹੈ। ਕੀ ਮੈਂ ਸਰੀਰ ਹਾਂ? ਇਹ ਗੱਲ ਸੋਚਣ ਵਾਲੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਅਸੀਂ ਆਪਣੇ ਆਪੇ ਨੂੰ ਸਵਾਰਨ ਦੀ, ਤੇ ਕਈ ਵਾਰ ਅਸੀਂ ਆਪਣੇ ਆਪੇ ਨੂੰ ਸਵਾਰਨ ਦੇ ਚੱਕਰ ਦੇ ਵਿੱਚ ਆਪਣੇ ਸਰੀਰ ਨੂੰ ਹੀ ਸਵਾਰਦੇ ਰਹਿੰਦੇ ਹਾਂ। ਹਾਲਾਂਕਿ ਗੁਰਬਾਣੀ ਨੇ ਇਹ ਗੱਲ ਕੀਤੀ ਹੈ ਕਿ ਜੇ ਸਾਡੇ ਅੰਦਰ ਪਰਮਾਤਮਾ ਦੀ ਯਾਦ ਨਹੀਂ, ਫਿਰ ਸਾਡਾ ਸਰੀਰ ਜਿਉਂਦੇ ਜੀ ਹੀ ਮਰਿਆ ਹੋਇਆ ਹੈ। ਠੀਕ ਹੈ ਜੀ। ਜੇ ਫਿਰ ਕਹਿੰਦੇ ਮਰਾ ਹੋਇਆ, ਜੇ ਇਹਦੇ ਅੰਦਰ ਮਨ ਨਹੀਂ ਨਾ, ਪਰਮਾਤਮਾ ਦੀ ਯਾਦ ਨਹੀਂ, ਫਿਰ ਜੇ ਇਸ ਨੂੰ ਅਸੀਂ ਚੰਦਨ ਚੜਾਈਏ ਇਹਨੂੰ ਕੋਈ ਫਰਕ ਨਹੀਂ ਪੈਂਦਾ, ਇਹ ਜਿਉਂਦਾ ਨਹੀਂ ਹੋਣ ਲੱਗਿਆ। ਮਰੇ ਹੋਏ ਤੇ ਜੇ ਅਸੀਂ ਚੰਦਨ ਦਾ ਲੇਪਣ ਕਰ ਦਈਏ, ਮਰਿਆ ਹੋਇਆ ਖੜਾ ਥੋੜ੍ਹਾ ਹੋ ਸਕਦਾ। ਤੇ ਜੇ ਮਿਰਤਕ ਕੋ ਵਿਸਤਾ ਮਾਹੀ ਰਲਾਈ, ਜੇ ਮਰੇ ਹੋਏ ਨੂੰ ਗੰਦਗੀ ਦੇ ਵਿੱਚ ਰਲਾ ਦਈਏ, ਇਹਦੇ ਉੱਪਰ ਗੰਦਗੀ ਪਾ ਦਈਏ, ਤੇ ਇਹਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ। ਠੀਕ ਹੈ ਜੀ। ਕੀ ਮੈਂ ਸਰੀਰ ਹਾਂ? ਇੱਥੇ ਅਸੀਂ ਗੱਲ ਸ਼ੁਰੂ ਕਰਨੀ ਹੈ ਜੀ ਕਿ ਅਸੀਂ ਹਮੇਸ਼ਾ ਸੋਚਦੇ ਰਹਿੰਦੇ ਹਾਂ ਕਿ ਮੈਂ ਸੋਹਣਾ ਲੱਗਾ, ਮੈਂ ਸੋਹਣਾ ਲੱਗਾ। ਪਰ ਗੁਰਬਾਣੀ ਨੇ ਗੱਲ ਕੀਤੀ ਹੈ ਕਿ ਅਸੀਂ ਸੋਹਣੇ ਕਿਵੇਂ ਬਣ ਸਕਦੇ ਹਾਂ। ਵੈਸੇ ਬਾਹਰੀ ਤੌਰ 'ਤੇ ਸਾਡੇ ਵਿੱਚੋਂ ਕੁਛ ਬੱਚੇ ਹੋਣਗੇ ਜੀ ਜਿਹੜੇ ਕਹਿੰਦੇ ਹੈ ਕਿ ਮੈਂ ਇਸ ਤਰ੍ਹਾਂ ਦੇ ਆਪਣਾ ਹੇਅਰ ਸਟਾਈਲ ਕਰ ਲਵਾਂ, ਇਸ ਤਰ੍ਹਾਂ ਦੇ ਮੈਂ ਸੋਹਣੇ ਸੋਹਣੇ ਕੱਪੜੇ ਪਾ ਲਵਾਂ ਤਾਂ ਜੋ ਮੈਂ ਦੂਸਰਿਆਂ ਦੀ ਨਜ਼ਰ ਦੇ ਵਿੱਚ ਸੋਹਣਾ ਬਣ ਜਾਵਾਂ। ਪਰ ਇੱਕ ਸਾਨੂੰ ਸ਼ਿੰਗਾਰ ਕਰਨ ਵਾਸਤੇ ਗੁਰਬਾਣੀ ਨੇ ਕਿਹਾ ਜੀ, ਉਹ ਸ਼ਿੰਗਾਰ ਹੈ ਜੀ, ਭੈ ਕੀਆਂ ਦੇ ਸਲਾਈਆਂ ਨੈਣੀ। ਅਸੀਂ ਆਪਣੇ ਅੱਖਾਂ ਦੇ ਵਿੱਚ ਸੁਰਮਾ ਪਾਉਣਾ ਜੀ। ਉਹ ਸੁਰਮਾ ਕਿਹੜਾ ਜੀ? ਭੈ ਦਾ ਸੁਰਮਾ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਤੇ ਫਿਰ ਕਹਿੰਦੇ ਅਸੀਂ ਪਰਮਾਤਮਾ ਦੇ ਭਾਵ ਦਾ, ਉਹ ਹਮੇਸ਼ਾ ਉਹਦੇ ਅਹਿਸਾਸ ਦਾ ਸ਼ਿੰਗਾਰ ਕਰਨਾ ਹੈ। ਤੇ ਫਿਰ ਅਸੀਂ ਕੀ ਬਣ ਜਾਵਾਂਗੇ ਜੀ? ਤਾਂ ਸੁਹਾਗਣ ਜਾਣੀਏ ਲਾਗੀ, ਜਾ ਸਹੁ ਧਰੇ ਪਿਆਰੋ। ਫਿਰ ਕਹਿੰਦੇ ਅਸਲ ਦੇ ਵਿੱਚ ਸੁਹਾਗਣ ਉਹੀ ਹੈ ਜਿਹਦਾ ਆਪਣੇ ਪਤੀ ਦੇ ਨਾਲ ਪਿਆਰ ਹੈ। ਤੇ ਜੇ ਪਤੀ ਦੇ ਨਾਲ ਪਿਆਰ ਨਹੀਂ, ਜਿੰਨਾ ਮਰਜ਼ੀ ਸ਼ਿੰਗਾਰ ਕਰ ਲਵੇ, ਉਹ ਸੁਹਾਗਣ ਨਹੀਂ ਅਖਵਾ ਸਕਦੀ ਉਹ ਔਰਤ। ਤੇ ਇਸੇ ਤਰ੍ਹਾਂ ਦੇ ਨਾਲ ਅਸੀਂ ਸਾਰਿਆਂ ਨੇ ਹੀ ਅਸੀਂ ਸਾਰੇ ਹੀ ਜੀਵ ਇਸਤਰੀ ਰੂਪ ਹਾਂ ਜੀ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅਸੀਂ ਸਾਰੇ, ਚਾਹੇ ਆਦਮੀ ਆ ਚਾਹੇ ਔਰਤਾਂ, ਸਾਡਾ ਸਾਰਿਆਂ ਦਾ ਨਾਥ ਇੱਕ ਪਰਮਾਤਮਾ ਹੀ ਹੈ। ਸਾਡੇ ਸਾਰਿਆਂ ਦਾ ਮਾਲਕ ਇੱਕ ਪਰਮਾਤਮਾ ਹੀ ਹੈ। ਅਸੀਂ ਸਾਰੇ ਹੀ ਜੀਵ ਰੂਪੀ ਇਸਤਰੀਆਂ। ਅਗਲੀ ਸਲਾਈਡ ਕਰਨਾ ਵੀਰ ਜੀ। ਵਾਹਿਗੁਰੂ ਜੀ। ਵੀਰ ਜੀ ਨੈਕਸਟ ਸਲਾਈਡ ਕਰਨਾ ਜੀ। ਹਾਂਜੀ, ਹੁਣ ਅਸੀਂ ਇਹ ਸੋਚਣਾ ਵੀ ਮੈਂ ਕੌਣ ਹਾਂ। ਮੈਂ ਸਰੀਰ ਨਹੀਂ, ਮੈਂ ਕੌਣ ਹਾਂ। ਤੇ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਜੀ, ਗੁਰਬਾਣੀ ਪੜ੍ਹਨ ਤੋਂ ਬਾਅਦ ਸਾਡੇ ਮਨ ਦੇ ਵਿੱਚੋਂ ਇਹ ਭੁਲੇਖਾ ਟੁੱਟ ਜਾਵੇਗਾ ਕਿ ਮੈਂ ਸਰੀਰ ਨਹੀਂ,
ਸ਼ੁਰੂ ਦੇ ਵਿੱਚ ਅਸੀਂ ਸਰੀਰ ਨੂੰ ਹੀ ਆਪਣਾ ਆਪ ਸਮਝਦੇ ਰਹਿੰਦੇ ਹਾਂ, ਤੇ ਜਦੋਂ ਗੁਰਬਾਣੀ ਦੇ ਵਿੱਚ ਗੱਲ ਆਉਂਦੀ ਹੈ ਆਪਾ ਸਵਾਰਨ ਦੀ, ਉਦੋਂ ਅਸੀਂ ਕਈ ਵਾਰ ਇਹ ਸੋਚਦੇ ਰਹਿੰਦੇ ਹਾਂ ਵੀ ਕਿਤੇ ਗੁਰਬਾਣੀ ਨੇ ਸਾਨੂੰ, ਜਿਵੇਂ ਪੰਡਤ ਲੋਕ ਕਰਦੇ ਹੁੰਦੇ ਆ ਕਿ ਇਸ ਤਰ੍ਹਾਂ ਕਰ ਲਈਏ, ਇਸ ਤਰ੍ਹਾਂ ਕਰ ਲਈਏ। ਤੇ ਮੈਂ ਇੱਕ ਛੋਟੀ ਜਿਹੀ ਇੱਥੇ ਤੁਹਾਨੂੰ ਸਟੋਰੀ ਸੁਣਾਉਣੀ ਚਾਹਾਂਗਾ ਜੀ, ਕਿ ਇੱਕ ਵਾਰ ਇੱਕ ਪੰਡਤ ਜੀ ਸੀ ਜੀ, ਉਹ ਗੰਗਾ ਦੇ ਵਿੱਚ ਗਧੇ ਨੂੰ ਲੈ ਗਏ ਤੇ ਉੱਥੇ ਗਧੇ ਨੂੰ ਗੰਗਾ ਦੇ ਵਿੱਚ ਨਹਾ ਰਹੇ ਸੀ। ਕੋਲੇ ਉਹਨਾਂ ਦੇ ਚੇਲੇ ਆਏ ਤੇ ਉਹਨਾਂ ਨੇ ਪੁੱਛਿਆ ਕਿ ਮਹਾਤਮਾ ਜੀ ਇਹ ਕੀ ਹੈ, ਇਹ ਤੁਸੀਂ ਕੀ ਕਰ ਰਹੇ ਹੋ, ਗਧੇ ਨੂੰ ਗੰਗਾ ਦੇ ਵਿੱਚ ਨਹਾ ਰਹੇ ਹੋ, ਇਹਦਾ ਕੀ ਫਾਇਦਾ ਹੋਏਗਾ? ਤੇ ਕਹਿੰਦੇ ਉਹ ਮਹਾਤਮਾ ਜੀਆਂ ਨੇ ਕਿਹਾ, ਕਹਿੰਦੇ ਇਹ ਗਧਾ ਨਹੀਂ, ਇਹ ਗਾਂ ਹੈ। ਉਹਨਾਂ ਦੇ ਮਰੀਦਾਂ ਨੇ, ਉਪਾਸ਼ਕਾਂ ਨੇ ਕਿਹਾ, ਵਾਹਿਗੁਰੂ ਜੀ ਆਵਾਜ਼ ਆ ਰਹੀ ਹੈ ਭੈਣ ਜੀ? ਹਾਂਜੀ ਵੀਰ ਜੀ, ਆ ਰਹੀ ਹੈ ਜੀ। ਠੀਕ ਹੈ ਜੀ। ਤੇ ਉਹਨਾਂ ਦੇ ਉਪਾਸ਼ਕਾਂ ਨੇ ਕਿਹਾ ਜੀ ਕਿ ਇਹ ਗਧਾ ਹੀ ਹੈ ਜੀ, ਤੁਸੀਂ ਇਹਨੂੰ ਗਾਂ ਨਹੀਂ ਬਣਾ ਸਕਦੇ। ਤੇ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਬਣਾ ਸਕਦਾ? ਮੈਂ ਇਸ ਗਧੇ ਦੇ ਉੱਪਰ ਗਾਂ ਵਾਲੀ ਖੱਲ ਪਾ ਦਾਂਗਾ। ਉਪਾਸ਼ਕਾਂ ਨੇ ਕਿਹਾ ਨਹੀਂ ਜੀ, ਇਹ ਫਿਰ ਵੀ ਗਾਂ ਨਹੀਂ ਬਣ ਸਕਦਾ। ਫਿਰ ਉਹਨਾਂ ਨੇ ਕਿਹਾ ਫਿਰ ਵੀ ਨਹੀਂ ਗਾਂ ਬਣ ਸਕਦਾ, ਇਹ ਮੈਂ ਇਹਦੇ ਉੱਤੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖ ਦੂੰਗਾ ਕਿ ਇਹ ਗਧਾ ਨਹੀਂ, ਇਹ ਗਾਂ ਹੈ। ਉਪਾਸ਼ਕਾਂ ਨੇ ਕਿਹਾ ਨਹੀਂ ਜੀ, ਫਿਰ ਵੀ ਨਹੀਂ ਬਣ ਸਕਦਾ। ਤੇ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਕੁਛ ਨਾ ਕੁਛ ਮੰਤਰ ਸਿਖਾ ਦੇਵਾਂਗਾ। ਮਹਾਤਮਾ ਜੀਆਂ ਨੇ ਕਿਹਾ ਕਿ ਮੈਂ ਇਹਨੂੰ ਕੁਛ ਨਾ ਕੁਛ ਮੰਤਰ ਸਿਖਾ ਦੇਵਾਂਗਾ, ਮੰਤਰ ਸਿਖਾਉਣ ਤੋਂ ਬਾਅਦ ਇਹ ਗਧਾ ਗਾਂ ਬਣ ਜਾਏਗਾ। ਤੇ ਉਹਨਾਂ ਦੇ ਉਪਾਸ਼ਕਾਂ ਨੇ ਕਿਹਾ ਕਿ ਨਹੀਂ ਜੀ, ਜੋ ਕੁਛ ਮਰਜ਼ੀ ਕਰ ਲਈਏ, ਗਧਾ ਗਾਂ ਨਹੀਂ ਬਣ ਸਕਦਾ। ਤੇ ਉਹਨਾਂ ਮਹਾਤਮਾ ਜੀਆਂ ਨੇ ਕਿਹਾ ਸੀ ਕਿ ਇਹੀ ਤਾਂ ਤੁਹਾਨੂੰ ਮੈਂ ਸਿਖਾਉਣਾ ਚਾਹੁੰਦਾ ਗਾ ਕਿ ਅਸੀਂ ਬਾਹਰੀ ਤੌਰ ਤੇ ਚਾਹੇ ਲੱਖ ਸੋਹਣੇ ਬਣ ਜਾਈਏ, ਪਰ ਜੇ ਅਸੀਂ ਅੰਦਰੋਂ ਸੋਹਣੇ ਨਹੀਂ ਤਾਂ ਬਾਹਰੀ ਪਹਿਰਾਵੇ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਜੀ। ਤੇ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਸਵਾਲ ਕਰਨਾ ਜੀ ਕਿ ਮੈਂ ਕੌਣ ਆ। ਅਗਲੀ ਸਲਾਈਡ ਕਰਨਾ ਵੀਰ ਜੀ। ਇਹ ਜੋ ਸਲਾਈਡ ਹੈ ਜੀ, ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਆਸਾ ਦੀ ਵਾਰ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਬਾਣੀ ਹੈ, ਤੇ ਬੜੀ ਸੌਖੀ ਬਾਣੀ ਹੈ। ਜਦੋਂ ਅਸੀਂ ਇਸ ਬਾਣੀ ਨੂੰ ਪੜ੍ਹਦੇ ਹਾਂ, ਇਸ ਬਾਣੀ ਦੇ ਵਿੱਚ ਸਾਡੀ ਰਹਿਤ ਮਰਿਆਦਾ ਵੀ ਹੈ ਕਿ ਇੱਕ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕੀ ਅਸੀਂ ਕੰਮ ਕਰਨੇ ਆ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਬਹੁਤੀਆਂ ਉਦਾਹਰਨਾਂ ਆਸਾ ਦੀ ਵਾਰ ਬਾਣੀ ਦੇ ਵਿੱਚੋਂ ਲਈਆਂ ਜੀ। ਤੇ ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਗੁਰਬਾਣੀ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਸਾਰੇ ਸਰੀਰ ਨਹੀਂ ਜੀ, ਅਸੀਂ ਇੱਕ ਜੀਵ ਹਾਂ ਪਰਮਾਤਮਾ ਦੀਆਂ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਨਾ ਕਿ ਅਸੀਂ ਸਾਰੇ ਹੀ ਜੀਵ ਰੂਪੀ ਇਸਤਰੀਆਂ, ਅਸੀਂ ਇੱਕ ਜੀ ਹਾਂ ਜੀ। ਤੇ ਸਾਨੂੰ ਪੈਦਾ ਕਿਹਨੇ ਕੀਤਾ ਜੀ? ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ। ਭੌਰ ਦਾ ਅਰਥ ਹੁੰਦਾ ਜੀ ਇੱਕ ਜੀਵ ਪੈਦਾ ਕੀਤਾ ਪਰਮਾਤਮਾ ਨੇ। ਫਿਰ ਜੀ ਦੂਸਰੀ ਪੰਕਤੀ ਹੈ ਜੀ, ਅਸੀਂ ਕਿੱਥੋਂ ਪੈਦਾ ਹੋਏ ਜੀ? ਜਦੋਂ ਅਸੀਂ ਪੈਦਾ ਹੋਏ, ਪੈਦਾ ਹੁੰਦੇ ਸਾਰ ਸਾਨੂੰ ਹਉਂ ਲੱਗ ਗਈ ਜੀ। ਹਉਂ ਦਾ ਅਰਥ ਹੁੰਦਾ ਮੈਂ ਦੀ ਭਾਵਨਾ। ਤੇ ਫਿਰ ਅਸੀਂ ਹਉਂ ਦੇ ਵਿੱਚ ਹੀ ਪੈਦਾ ਹੋਏ, ਹਉਮੈ ਦੇ ਵਿੱਚ ਹੀ ਅਸੀਂ ਪੈਦਾ ਹੋਏ, ਹਉਮੈ ਦੇ ਵਿੱਚ ਹੀ ਮਰ ਗਏ। ਹਉਮੈ ਦੇ ਵਿੱਚ ਹੀ ਅਸੀਂ ਪੜ੍ਹਾਈ ਕੀਤੀ, ਹਉਮੈ ਦੇ ਵਿੱਚ ਹੀ ਕੰਮਕਾਰ ਕੀਤਾ, ਹਉਮੈ ਦੇ ਵਿੱਚ ਹੀ ਸਾਡੇ ਘਰ ਦੇ ਵਿੱਚ ਹੋਰ ਕਾਰਜ ਹੋਏ, ਹਉਮੈ ਦੇ ਵਿੱਚ ਹੀ ਸਾਡੇ ਘਰ ਦੇ ਵਿੱਚ ਹੋਰ ਜੀਵ ਆਏ ਜੀ। ਤੇ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਸਿਸਟਮ ਚੱਲਦਾ ਹੈ ਜੀ। ਪਰਮਾਤਮਾ ਤੋਂ ਅਸੀਂ ਸਾਰੇ ਪੈਦਾ ਹੋਏ ਆ। ਤੇ ਇੱਕ ਬਾਣੀ ਦਾ ਫਰਮਾਨ ਆਉਂਦਾ ਏ, ਕਹੋ ਕਬੀਰ ਇਹ ਰਾਮ ਕੀ ਅੰਸ਼। ਤੇ ਹੁਣ ਜੇ ਅਸੀਂ ਆਪਣੇ ਸਰੀਰ ਨੂੰ ਕਵਾਂਗੇ ਕਿ ਸਾਡਾ ਸਰੀਰ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਨੇ ਸਾਨੂੰ ਇੱਕ ਗਿਫਟ ਦਿੱਤਾ ਏ, ਪਰਮਾਤਮਾ ਨੇ ਸਾਨੂੰ ਇੱਕ ਵਹੀਕਲ ਦਿੱਤਾ ਏ। ਜਿਵੇਂ ਅਸੀਂ ਜਦੋਂ ਘੋੜੀਆਂ ਬਾਣੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਸਾਨੂੰ ਜਦੋਂ ਘੋੜੀਆਂ ਬਾਣੀ ਪੜ੍ਹਾਂਗੇ ਉਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਏ, ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਸਾਡਾ ਸਰੀਰ ਇੱਕ ਘੋੜੀ ਦੇ ਵਾਂਗੂ ਹੈ ਜੀ। ਜਿਵੇਂ ਅਸੀਂ ਘੋੜੀ ਤੇ ਬੈਠ ਕੇ ਬਹੁਤ ਦੂਰ ਤੱਕ ਦਾ ਸਫ਼ਰ ਤੈਅ ਕਰ ਲੈਂਦੇ ਹਾਂ, ਤੇ ਇਸੇ ਤਰ੍ਹਾਂ ਦੇ ਨਾਲ ਸਾਡਾ ਸਰੀਰ ਹੈ, ਇਹਦੇ ਤੇ ਸਵਾਰ ਹੈ ਜੀ ਸਾਡਾ ਮਨ। ਤੇ ਅਸੀਂ ਸਾਰਿਆਂ ਨੇ ਸਫ਼ਰ ਤੈਅ ਕਰਨਾ ਹੈ ਜੀ। ਉਹ ਸਫ਼ਰ ਕਿਹੜਾ ਹੈ ਜੀ, ਉਹਦੀ ਅੱਗੇ ਗੱਲ ਕਰਾਂਗੇ। ਤੇ ਅਸੀਂ ਸਾਰੇ ਹੀ ਹਉਮੈ ਦੇ ਵਿੱਚ ਜਨਮ ਲੈਂਦੇ ਹਾਂ, ਹਉਮੈ ਦੇ ਵਿੱਚ ਮਰ ਜਾਂਦੇ ਹਾਂ।
ਤੇ ਸਾਡੀ ਇੱਕ ਮੰਜ਼ਿਲ ਹੈ ਜੀ। ਨੈਕਸਟ ਸਲਾਈਡ ਕਰਨਾ ਵੀਰ ਜੀ। ਸਾਡੀ ਮੰਜ਼ਿਲ ਕੀ ਹੈ ਜੀ? ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਜੀ, ਭਈ ਪ੍ਰਾਪਤ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਨੁਖ ਦੀ ਹੁਰੀਆ, ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪੂਰਾ ਸ਼ਬਦ ਪੜ੍ਹਦੇ ਹਾਂ ਜੀ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਹੋਰ ਸਾਰੇ ਕੰਮ ਪਰਮਾਤਮਾ ਦੀ ਯਾਦ ਤੋਂ ਬਿਨਾਂ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਬਾਰੇ ਬਹੁਤ ਵਾਰ ਜੀ ਇਸ ਕਲਾਸ ਦੇ ਵਿੱਚ ਜੋ ਬੁਲਾਰੇ ਹੈ, ਜੋ ਸਾਡੀਆਂ ਸ਼ਖਸੀਅਤਾਂ ਨੇ, ਉਹ ਬਹੁਤ ਵਾਰ ਸਾਨੂੰ ਸਾਧ ਸੰਗਤ ਦੇ ਬਾਰੇ, ਸਤ ਸੰਗਤ ਦੇ ਬਾਰੇ, ਸੰਗਤ ਬਾਰੇ, ਸੰਗਤ ਬਾਰੇ ਸਾਨੂੰ ਬਹੁਤ ਸਾਰੀ ਉਹਨਾਂ ਨੇ ਨੌਲੇਜ ਦਿੱਤੀ ਹੋਈ ਹੈ ਜੀ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਲੱਗੇ ਰਹਿਣਾ ਹੈ, ਪਰਮਾਤਮਾ ਨੂੰ ਯਾਦ ਕਰਨਾ ਹੈ। ਸਾਡਾ ਹੱਥ ਸਾਡੇ ਕਾਰ ਦੇ ਵਿੱਚ, ਚਿੱਤ ਕਰਤਾਰ ਦੇ ਵਿੱਚ ਹੋਵੇ ਜੀ। ਜ਼ਿੰਦਗੀ ਜਿਉਂਦੇ ਜਿਉਂਦੇ ਸਾਡੀ ਜੋ ਮੰਜ਼ਿਲ ਹੈ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਅਸੀਂ ਜ਼ਿੰਦਗੀ ਜਿਉਣੀ ਹੈ, ਪਰਿਵਾਰਕ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਨੇ ਜੀ। ਪਰ ਸਾਰਾ ਕੁਝ ਕਰਦੇ ਕਰਦੇ ਅਸੀਂ ਪਰਮਾਤਮਾ ਨੂੰ, ਵਾਹਿਗੁਰੂ ਜੀ ਨੂੰ ਹਮੇਸ਼ਾ ਯਾਦ ਰੱਖਣਾ ਹੈ, ਭੁੱਲਣਾ ਨਹੀਂ। ਜੇ ਭੁੱਲ ਗਏ ਤਾਂ ਫਿਰ ਅਸੀਂ ਇਸ ਮਨੁੱਖਾ ਜਨਮ ਦਾ ਲਾਹਾ ਨਹੀਂ ਖੱਟ ਸਕਾਂਗੇ ਜੀ। ਅਗਲੀ ਸਲਾਈਡ ਕਰਨਾ ਜੀ। ਹਾਂਜੀ, ਹੁਣ ਅਸੀਂ ਜਦੋਂ ਆਪਾ ਸਵਾਰਨਾ ਹੈ ਨਾ, ਤੇ ਆਪਾ ਸਵਾਰਨ ਵਾਸਤੇ ਸਾਰੀ ਬਾਣੀ ਦੇ ਵਿੱਚ ਹੀ ਸਾਨੂੰ ਜੀ ਕੁਛ ਕੰਮਾਂ ਤੋਂ ਰੋਕਿਆ ਗਿਆ ਹੈ। ਜਿਵੇਂ ਅੰਕਲ ਜੀ ਆਪਣੇ ਲੈਕਚਰ ਦੇ ਵਿੱਚ ਦੱਸਦੇ ਹੁੰਦੇ ਆ ਜੀ ਕਿ ਅਸੀਂ ਕੁਛ ਕੰਮ ਸਾਨੂੰ ਗੁਰਬਾਣੀ ਨੇ ਦੱਸਿਆ ਕਿ ਇਹ ਕੰਮ ਨਹੀਂ ਕਰਨੇ, ਕੁਛ ਕੰਮ ਸਾਨੂੰ ਗੁਰਬਾਣੀ ਨੇ ਦੱਸਿਆ ਕਿ ਇਹ ਕੰਮ ਕਰਨੇ ਆ। ਸਭ ਤੋਂ ਪਹਿਲਾਂ ਜੀ ਜਿਹੜੇ ਕੰਮ ਅਸੀਂ ਨਹੀਂ ਕਰਨੇ, ਪਹਿਲਾ ਕੰਮ ਹੈ ਜੀ ਕੇਵਲ ਪੜ੍ਹ ਕੇ ਗਿਆਨੀ ਬਣਨਾ। ਤੇ ਆਸਾ ਦੀ ਵਾਰ ਦੇ ਵਿੱਚ ਪੂਰਾ ਸ਼ਲੋਕ ਆਉਂਦਾ ਜੀ, ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ, ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀ ਹੈ ਖਾਤ। ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਤੇ ਕਹਿੰਦੇ ਅਸੀਂ ਤਾਂ 5-7 ਸਾਲ, 10 ਸਾਲ, 20 ਸਾਲ ਪੜ੍ਹਾਈ ਕਰ ਲਵਾਂਗੇ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਚਾਹੇ ਸਾਰੀ ਉਮਰ ਪੜ੍ਹਾਈ ਕਰਦੇ ਰਹੀਏ, ਜੇ ਕੇਵਲ ਪੜ੍ਹਦੇ ਹੀ ਰਹੇ ਸਾਡੇ ਅੰਦਰ ਕੀ ਆਏਗਾ ਜੀ? ਸਾਡੇ ਅੰਦਰ ਹਉਮੈ ਆ ਜਾਵੇਗੀ। ਸਾਡੇ ਸਾਰਿਆਂ ਦੇ ਅੰਦਰ ਕੇਵਲ ਪੜ੍ਹ ਕੇ ਹਉਮੈ ਆ ਜਾਵੇਗੀ ਜੀ। ਉਹ ਹਉਮੈ ਹੀ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਜੁੜਨ ਨਹੀਂ ਦਿੰਦੀ, ਜਿਹੜੀ ਸਾਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨ ਦਿੰਦੀ। ਹਉਮੈ ਦੇ ਕਰਕੇ ਅਸੀਂ ਦੂਸਰਿਆਂ ਦੇ ਔਗਣ ਫਰੋਲਦੇ ਹਾਂ, ਹਉਮੈ ਦੇ ਕਰਕੇ ਅਸੀਂ ਆਪਣੇ ਅੰਦਰ ਨਹੀਂ ਝਾਕ ਸਕਦੇ ਜੀ। ਦੂਸਰਾ ਕੰਮ ਹੈ ਜੀ, ਇਹੋ ਜਿਹੇ ਕੰਮ ਨਾ ਕਰੀਏ ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਪਰਮਾਤਮਾ ਦੇ ਦਰ ਘਰ ਹਾਰ ਦਾ ਸਾਹਮਣਾ ਕਰਨਾ ਪਵੇ ਜੀ। ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਇਆਂ ਹਾਰੀਐ। ਆਨੰਦ ਸਾਹਿਬ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਜੀ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਇਹੋ ਜਿਹੇ ਕੰਮ ਅਸੀਂ ਭੁੱਲ ਕੇ ਵੀ ਨਾ ਕਰੀਏ ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਵੇ, ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇ। ਤੇ ਅਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਜੀ, ਜਦੋਂ ਕਿਤੇ ਕੋਈ ਨਾ ਕੋਈ ਟੂਰਨਾਮੈਂਟ ਹੁੰਦਾ ਹੈ ਜਾਂ ਮੈਚ ਹੁੰਦਾ ਹੈ, ਜਿਹੜੀ ਟੀਮ ਜਿੱਤ ਜਾਂਦੀ ਹੈ ਉਹ ਟੀਮ ਲੁੱਡੀਆਂ ਪਾਉਂਦੀ ਆਉਂਦੀ ਹੈ ਜੀ, ਤੇ ਜਿਹੜੀ ਟੀਮ ਹਾਰ ਜਾਂਦੀ ਹੈ ਉਹਨੂੰ ਆਪਣਾ ਮੂੰਹ ਦਿਖਾਉਣ ਤੋਂ ਵੀ ਸੰਗ ਮੰਨਦੇ ਆ, ਸ਼ਰਮ ਮੰਨਦੇ ਆ। ਤੇ ਅਸੀਂ ਸਾਰੇ ਹੀ ਇਸ ਸੰਸਾਰ ਤੇ ਇੱਕ ਗੇਮ ਖੇਡਣ ਆਏ ਆ ਜੀ, ਤੇ ਜੇ ਅਸੀਂ ਇਸ ਗੇਮ ਦੇ ਵਿੱਚੋਂ ਜਿੱਤ ਜਾਂਦੇ ਆ, ਗੇਮ ਕੀ ਹੈ ਜੀ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਇਹ ਸਰੀਰ ਨੂੰ ਪ੍ਰਾਪਤ ਕਰਕੇ। ਜੇ ਅਸੀਂ ਇਹ ਗੇਮ ਜਿੱਤ ਜਾਂਦੇ ਆ ਤੇ ਫਿਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਦਾ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਂਹ ਲੁਡਾਈਐ। ਜੇ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਆ, ਪਰਮਾਤਮਾ ਦੀ ਸੇਵਾ ਕਰੀਏ, ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦੀ ਸੇਵਾ ਕਰੀਏ, ਤੇ ਫਿਰ ਸਾਨੂੰ ਦਰਗਾਹ ਦੇ ਵਿੱਚ ਜਿਵੇਂ ਜਿੱਤੀ ਹੋਈ ਟੀਮ ਦੇ ਖਿਡਾਰੀ ਲੁੱਡੀਆਂ ਪਾਉਂਦੇ ਆਉਂਦੇ ਹੈ, ਤੇ ਅਸੀਂ ਵੀ ਜਿੱਤੀ ਹੋਈ ਟੀਮ ਵਾਂਗ ਲੁੱਡੀਆਂ ਪਾਉਂਦੇ ਜਾਵਾਂਗੇ। ਪਰ ਇਹੋ ਜਿਹੇ ਕੰਮ ਅਸੀਂ ਭੁੱਲ ਕੇ ਵੀ ਨਾ ਕਰੀਏ ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਪਛਤਾਵਾ ਹੋਵੇ ਜੀ। ਅਗਲੀ ਸਲਾਈਡ ਕਰਨਾ ਜੀ। ਹਾਂਜੀ, ਅੱਗੇ ਹੈ ਜੀ ਵਿਸ਼ੇ ਵਿਕਾਰ। ਅਸੀਂ ਸਾਰਾ ਕੁਝ ਕਰਦੇ ਹਾਂ, ਅਸੀਂ ਪੜ੍ਹਦੇ ਵੀ ਹਾਂ, ਅਸੀਂ ਪਾਠ ਵੀ ਕਰਦੇ ਹਾਂ,
पर जे साडी देखना सही नहीं होया जी, एक श्लोक आउंदा जी आसा दी वार दे विच, मन का सूतक लोभ है जेबा सूतक कूड़। जे साडे अंदर लोभ चल रहा है तो वो फिर पहली गल हो जाएगी, जिमें कल परसों के सिलेबस दे विच बच्चों को एक भेजा गया सीगा जी कि असीं जदों पाठ करते हैं, साडा पाठ करना केवल तोता रटनी ना होवे। असीं जो पाठ करना है उदों समझनी है एक गल कि जो पंक्ति लिखी हुई है ये मेरे वास्ते है, मैं इस पंक्ति नूं पहला विचारना है, समझना है, तो लास्ट गल जी इहनूं जिउणा है। तो जे असीं इस पंक्ति नूं पढ़ भी रहे हैं, मन का सूतक लोभ है जेबा सूतक कूड़, जे साडे अंदर फिर भी ये चल रहा कि मैनूं कदों वध तनख्वाह मिलेगी, कदों मैनूं ये फायदा होवेगा, कदों मैं इस घाटे तो बचांगा, तो कहते जे साडे अंदर लोभ चल रहा है, विषय विकार चल रहे है, ये सानूं अपना आपा नहीं सवारन देणगे जी। जेबा सूतक कूड़, अपनी जीव दे नाल कूड़ बोलना, गलत बोलना, मंदा बोलना, ये भी एक विषय विकार है जी। अखी सूतक वेखना पर त्रै पर धन रूप, अपनियां अखां दे नाल पराया तन ते पराए धन ते निगाह रखनी, ये भी एक विषय विकारां दे विच ही आ जांदा जी। कन्नी सूतक कन्न पै लाए तवारी खाए, लाए तवारी हुंदी है जी चुगली। साडे ਕੰਨ भी विषय विकारां दे विच इन्ने व्यस्त होए पए है कि हमेशा दूसरिਆਂ ਦੀਆਂ चुगलियां ਕਰਨ ਦੇ ਵਿੱਚ ਹੀ ਲੱਗੇ ਰਹਿੰਦੇ ਹੈ, ਜਿਹਦੇ ਕਰਕੇ ਅਸੀਂ ਆਪਣੇ ਆਪੇ ਵੱਲ ਧਿਆਨ ਦੇ ਹੀ ਨਹੀਂ ਸਕਦੇ ਜੀ। ਅਗਲਾ ਕਰਨਾ ਵੀਰ ਜੀ, ਅਗਲਾ ਹੈ ਜੀ ਗਰਭ। ਗਰਭ ਦਾ ਅਰਥ ਹੈ ਸਟਾਰਟਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਸਾਨੂੰ ਕਿਸੇ ਗੱਲ ਦਾ ਮਾਣ ਹੁੰਦਾ ਹੈ, ਮਾਣ ਤੋਂ ਥੋੜਾ ਹੰਕਾਰ ਹੁੰਦਾ ਹੈ, ਹੰਕਣ ਲੱਗ ਜਾਂਦੇ ਹਾਂ। गुरु नानक पातशाह जियां दे वेले असीं सारिਆਂ ने देखा होएगा जी कि एक धुनी चंद दा नाम दा सेठ सी, ते उहदे कोले उस समय ते इह गल प्रचलित सी कि जिहड़े बंदे कोल 1 लाख रुपया इकट्ठा हो गया वो अपने चवारे ते अपनी कोठी दे उपर एक झंडा कढ़ दिंदा सी। ते जो धुनी चंद नाम दा बंदा सी, सेठ सी, इहने अपने चवारे दे उपर 7 झंडे कढ़े हुए सी जी, 7 निशान झूलदे सी इहदे चवारे दे उपर। तो उन्हों का अर्थ सी कि ये कोले 7 लाख रुपए का मालक है दुनी चंद। तो गुरु पातशाह जियां ने सानू सारिਆਂ ਨੂੰ समझाया जी कल्ले दुनी चंद नूं नहीं, जा रहना ना ही ऐत जग ता गायत गार भंडी है। जे असी इस संसार दे विच रहना ही नहीं फिर जिउंदे जी असी आकड़ किस गल दी कर रहे हैं। अगली स्लाइड करना वीर जी। गुरु पातशाह जियां ने जे सारिਆਂ ने असीं साखी सुनी होएगी कि उस धुनी चंद नूं एक सूई दित्ती सी ते घर वाली सियाणी सी, घर वाली ने समझाया कि नाल साडे कुछ भी नहीं जाना। तो फिर गुरु पातशाह जियां दे चरनां ते ढह पिया सी ये धुनी चंद, ते गुरु पातशाह जियां ने बख्शिश करके निहाल कीता ते उहनूं कहा कि जिहड़ा तूं पैसा कमा रहा है ना, ये चंगे कामां ते ला, ये तेरी एक याद रह जाएगी तेरे जाण तो बाद। पर जे जिउंदे जी पैसा ही पैसा जोड़ी जाना है वो किसी काम नहीं आना। तो साखी तो असी सीखना है जी पैसा कमाना माड़ा नहीं, पर जे पैसा कमा के वो असी दुरवरतों कर रहे हैं वो माड़ी है। गुरु पातशाह जी ने कहा ना कि दौलत गुजरान है, पैसे तो बिना गुजारा नहीं होगा जिंदगी जिउंदे जी, पर इनू असी गुजरान तक ही सीमित रहिए, पैसे दे नाल प्यार ना पाइए, पैसे दे नाल असी जिंदगी दे विच अपने काम सवारने हैं जी, दूसरिਆਂ ਦਾ भला करना है। पर यह माया साडी जेब तक रवे, जे जेब तो बाहर निकलती है फिर ये माया सानू डस लेंदी है जी। तो इस माया का फायदा यही है, इस पैसे का फायदा यही है कि असी इस पैसे दे नाल धन दौलत दे नाल परोपकार के काम करिए जी। अगली स्लाइड करना जी, कोशिश करांगे जी असी जल्दी जल्दी कर लीए जी, टाइम क्योंकि थोड़ा रह गया। अगे है जी छोडी ले पाखंडा। जे असी अपने आपे नूं सवारना ना, असी पखंड काम कुछ करते हैं जी, उन्हां असी पखंड कामां नूं करना छड्ड दईए। तो गुरबाणी दे विच भी आउंदा जी, कर्म धर्म पाखंड जो दिसै तिन जम जा गाती लुटै, निर्वाण कीर्तन गावो करते का निमख सिमरत छित छुटै। असी पखंड करन दी बजाए परमात्मा की कीर्ति करनी है, परमात्मा का कीर्तन करना है जी। अगली स्लाइड करना भी जी।
ਪਿੱਛੇ ਅਸੀਂ ਕੁਝ ਕੁ ਪੁਆਇੰਟ ਨੋਟ ਕੀਤੇ ਆ ਜੀ ਕਿ ਜਿਹੜੇ ਕੰਮ ਅਸੀਂ ਨਹੀਂ ਕਰਨੇ। ਹੁਣ ਅੱਗੇ ਅਸੀਂ ਗੱਲ ਕਰਨ ਲੱਗੇ ਹਾਂ ਜੀ ਕਿ ਕਿਹੜੇ ਕੰਮ ਕਰਨੇ ਆ ਅਸੀਂ ਜਿਨ੍ਹਾਂ ਦੇ ਨਾਲ ਸਾਨੂੰ ਆਪਣੇ ਆਪੇ ਦਾ ਅਹਿਸਾਸ ਹੋਵੇ ਜੀ। ਪਹਿਲਾ ਗੁਣ ਹੈ ਜੀ ਆਪਣੇ ਆਪ ਦੇ ਵਿੱਚ ਅਸੀਂ ਨਿਮਾਣਾਪਣ ਲੈ ਕੇ ਆਈਏ ਜੀ। ਨਿਮਾਣੇ ਦਾ ਅਰਥ ਹੈ ਕਿ ਮੈਂ ਕੁਛ ਨਹੀਂ, ਜੋ ਕੁਛ ਕਰਨ ਵਾਲਾ ਹੈ ਉਹ ਕੇਵਲ ਪਰਮਾਤਮਾ ਹੈ। ਜੇ ਸਾਨੂੰ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਪਰਮਾਤਮਾ ਦੇ ਚਰਨਾਂ ਦੀ, ਪਰਮਾਤਮਾ ਦੇ ਸੰਤਾਂ ਦੇ ਚਰਨਾਂ ਦੀ ਜੇ ਸਾਨੂੰ ਖਾਕ ਮਿਲੇ ਉਹਨੂੰ ਅਸੀਂ ਮੱਥੇ ਦੇ ਨਾਲ ਲਾਈਏ। ਆਪਣੇ ਅੰਦਰੋਂ ਲਾਲਚ ਛੱਡ ਕੇ ਇੱਕ ਪਰਮਾਤਮਾ ਦੇ ਨਾਲ ਜੁੜੀਏ। ਠੀਕ ਹੈ ਜੀ। ਮੱਤ ਥੋੜੀ ਸੇਵ ਗਵਾਈ ਹੈ। ਜੇ ਸਾਡੇ ਕੋਲੇ ਮੱਤ ਹੈਗੀ ਵੀ ਹੈ ਉਹਨੂੰ ਵੀ ਕਹੀਏ ਕਿ ਅਸੀਂ ਇਹ ਮੱਤ ਸਾਡੀ ਥੋੜੀ ਹੈ। ਠੀਕ ਹੈ ਜੀ। ਇਹਨੂੰ ਅਸੀਂ ਸੇਵਾ ਦੇ ਵਿੱਚ ਲਗਾ ਕੇ ਅਸੀਂ ਨਿਮਾਣੇ ਬਣ ਸਕਦੇ ਹਾਂ। ਆਪਣੇ ਅੰਦਰ ਨਿਮਾਣਾਪਣ ਜ਼ਰੂਰ ਲੈ ਕੇ ਆਈਏ ਜੀ। ਅਗਲਾ ਕਰਨਾ ਵੀਰ ਜੀ। ਅੱਗੇ ਜੀ ਅਸੀਂ ਵਾਹਿਗੁਰੂ ਦਾ ਭਉ ਤੇ ਭਾਉ ਰੱਖਣਾ ਜੀ। ਇਹ ਜੋ ਸ਼ਲੋਕ ਹੈ ਜੀ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ। ਇਹਦੇ ਵਿੱਚ ਜੀ ਜੇ ਇੱਕ ਹੋਏ ਤਾਂ ਉਗਵੈ, ਇੱਥੇ ਸਾਨੂੰ ਉਦਾਹਰਨ ਦਿੱਤੀ ਗਈ ਹੈ ਕਿ ਜੇ ਬੀਜ ਦੋ ਫੜ ਹੋ ਜਾਏ ਉਹ ਵੀ ਨਹੀਂ ਉਗਦਾ। ਜੇ ਬੀਜ ਇੱਕ ਹੋਏਗਾ ਉਹਦੇ ਪੁੰਗਰਨ ਦੀ ਆਸ ਹੈ ਜ਼ਮੀਨ ਦੇ ਵਿੱਚੋਂ, ਪਰ ਜੇ ਬੀਜ ਦੋ ਫੜ ਹੋਇਆ ਹੈ ਉਹਦੇ ਪੁੰਗਰਨ ਦੀ ਆਸ ਨਹੀਂ। ਅਸੀਂ ਸਾਰਿਆਂ ਨੇ ਜੀ ਇੱਕ ਰੂਪ ਹੋਣਾ ਹੈ, ਦੋ ਰੂਪ ਨਹੀਂ ਹੋਣਾ, ਦੋ ਫਾੜ ਨਹੀਂ ਹੋਣਾ। ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ। ਠੀਕ ਹੈ ਜੀ। ਤੇ ਦੂਸਰੀ ਜੋ ਉਦਾਹਰਨ ਦਿੱਤੀ ਹੈ ਜੀ ਉਹ ਲਲਾਰੀ ਹੈ। ਜਦੋਂ ਆਪਣੇ ਕੱਪੜਿਆਂ ਨੂੰ ਰੰਗਦਾ ਨਾ ਤੇ ਉਹ ਕੱਪੜਿਆਂ ਨੂੰ ਇੱਕ ਮਾਵਾ ਲਾਉਂਦਾ ਹੈ ਜੀ, ਚਿੱਟਾ ਜਿਹਾ ਪਦਾਰਥ ਹੁੰਦਾ ਹੈ, ਮਾਵਾ ਲਾਉਂਦਾ। ਉਹਦੇ ਨਾਲ ਕੀ ਹੁੰਦਾ ਕਿ ਕੱਪੜਿਆਂ ਨੂੰ ਰੰਗ ਵਧੀਆ ਚੜ ਜਾਂਦਾ ਹੈ। ਤੇ ਹੁਣ ਜੇ ਕੱਪੜੇ ਡਰਨ ਲੱਗ ਜਾਣ ਵੀ ਹਾਏ ਸਾਨੂੰ ਪਹਿਲਾਂ ਮਾਵਾ ਲਗਾਇਆ ਗਿਆ ਫਿਰ ਸਾਨੂੰ ਰੰਗ ਚੜਾਇਆ ਜਾਵੇਗਾ, ਤੇ ਅਸੀਂ ਇੰਨਾ ਕੁ ਡਰ ਰੱਖਣਾ ਪਰਮਾਤਮਾ ਦਾ ਜਿਵੇਂ ਲਲਾਰੀ ਕੱਪੜਿਆਂ ਨੂੰ ਰੰਗਣ ਵਾਸਤੇ ਕੱਪੜਿਆਂ ਤੇ ਸੌਖਾ ਰੰਗ ਚੜ ਜਾਵੇ, ਇਸ ਕਰਕੇ ਉਹ ਖੁੰਭਦਾ ਹੈ ਜੀ। ਭੈ ਵਿੱਚ ਖੁੰਭ ਚੜਾਈਐ ਸਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਅਸੀਂ ਵੀ ਪਰਮਾਤਮਾ ਦਾ ਡਰ ਰੱਖਣਾ ਜੀ। ਜਿਸ ਤਰ੍ਹਾਂ ਦੇ ਨਾਲ ਲਾਰੀ ਕੱਪੜਿਆਂ ਨੂੰ ਰੰਗਦਾ ਹੈ ਮਾਵੇ ਦੇ ਨਾਲ, ਤੇ ਇਸ ਤਰ੍ਹਾਂ ਦੇ ਨਾਲ ਸਾਡੇ ਵਾਸਤੇ ਵੀ ਮਾਵਾ ਹੈ ਉਹ ਵਾਹਿਗੁਰੂ ਜੀ ਦਾ ਡਰ ਹੋਵੇ ਜੀ। ਤੇ ਜਦੋਂ ਅੱਗੇ ਪੜਾਂਗੇ ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਜਿੱਥੇ ਥੋੜਾ ਡਰ ਹੋਵੇਗਾ ਨਾ ਉੱਥੇ ਪਿਆਰ ਵੀ ਹੋਵੇਗਾ, ਜਿੱਥੇ ਪਿਆਰ ਹੋਵੇਗਾ ਉੱਥੇ ਡਰ ਵੀ ਹੋਏਗਾ। ਇਹ ਦੋਨੇ ਗੱਲਾਂ ਸਮਾਨ ਚੱਲ ਰਹੀਆਂ ਜੀ। ਅਗਲੀ ਸਲਾਈਡ ਕਰਨਾ ਸੀ ਜੀ। ਫਿਰ ਜੀ ਅਸੀਂ ਜਦੋਂ ਆਪਣੇ ਆਪੇ ਨੂੰ ਸੰਵਾਰਨਾ ਹੈ, ਅਸੀਂ ਪਿੰਡਾ ਨਹੀਂ ਧੋਣਾ। ਪਿੰਡਾ ਧੋਣਾ ਹੈ ਜੋ ਰੋਜ਼ਾਨਾ ਅਸੀਂ ਰੂਟੀਨ ਦੇ ਵਿੱਚ ਕਰਦੇ ਹਾਂ ਕਿ ਇਸ਼ਨਾਨ ਕਰਨਾ ਹੈ, ਸਾਡੇ ਸਰੀਰ ਦੀ ਸਫਾਈ ਵਾਸਤੇ ਜ਼ਰੂਰੀ ਹੈ ਜੀ। ਪਰ ਪਰਮਾਤਮਾ ਦੀ ਯਾਦ ਵੀ ਇੱਕ ਇਸ਼ਨਾਨ ਹੈ। ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ। ਕੇਵਲ ਬਾਹਰੀ ਤੌਰ ਤੇ ਇਸ਼ਨਾਨ ਕਰਕੇ ਅਸੀਂ ਸੁੱਚੇ ਨਹੀਂ ਹੋ ਸਕਦੇ। ਅਸੀਂ ਸੁੱਚੇ ਹੋ ਸਕਦੇ ਹਾਂ ਪਰਮਾਤਮਾ ਨੂੰ ਯਾਦ ਕਰਕੇ। ਸਾਡੇ ਅੰਦਰ ਵਾਹਿਗੁਰੂ ਜੀ ਦੀ ਯਾਦ ਹਮੇਸ਼ਾ ਬਣੀ ਰਵੇ ਜੀ। ਨੈਕਸਟ ਸਲਾਈਡ ਕਰਨਾ ਜੀ। ਅੱਗੇ ਜੀ ਆਪਣੇ ਆਪ ਦੇ ਵਿੱਚ ਅਸੀਂ ਮਿਠਾਸ ਲੈ ਕੇ ਆਈਏ ਆਪਣੀ ਬੋਲੀ ਦੇ ਵਿੱਚ, ਆਪਣੀ ਬਾਣੀ ਦੇ ਵਿੱਚ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਡੇ ਅੰਦਰ ਮਿਠਾਸ ਹੋਵੇ। ਪਰ ਇੱਥੇ ਗੁਰੂ ਪਾਤਸ਼ਾਹ ਜੀਆਂ ਨੇ ਉਦਾਹਰਨ ਦਿੱਤੀ ਹੈ ਕਿ ਮਿਠਾਸ ਸਾਡੇ ਅੰਦਰ ਇਹ ਨਹੀਂ ਕਿ ਅਸੀਂ ਦੂਸਰਿਆਂ ਦਾ ਨੁਕਸਾਨ ਕਰਨਾ ਹੈ। ਉੱਥੇ ਫਿਰ ਇੱਕ ਅਪਰਾਧੀ ਦੀ ਵੀ ਗੱਲ ਦਿੱਤੀ ਹੈ ਜੀ, ਇੱਕ ਸ਼ਿਕਾਰੀ ਦੀ ਵੀ ਗੱਲ ਦਿੱਤੀ ਹੈ ਕਿ ਸ਼ਿਕਾਰੀ ਨੇ ਜਦੋਂ ਸ਼ਿਕਾਰ ਕਰਨਾ ਹੈ ਤਾਂ ਉਹ ਝੁਕਦਾ ਏ, ਲੰਮਾ ਵੀ ਪੈ ਜਾਂਦਾ ਏ, ਝੁਕ ਕੇ ਨਿਸ਼ਾਨਾ ਲਗਾਉਂਦਾ ਏ। ਤੇ ਅਸੀਂ ਮਿਠਾਸ ਨੂੰ ਗੁਣ ਦੇ ਤੌਰ ਤੇ ਵਰਤਣਾ ਏ, ਮਿੱਠਤ ਨੂੰ ਗੁਣ ਦੇ ਤੌਰ ਤੇ ਵਰਤਣਾ ਏ। ਕਿਤੇ ਇਹ ਨਾ ਹੋਵੇ ਕਿ ਅਸੀਂ ਮਿੱਠਾ ਬੋਲ ਬੋਲ ਕੇ ਦੂਸਰਿਆਂ ਦਾ ਨੁਕਸਾਨ ਕਰਨ ਲੱਗ ਜਾਈਏ। ਅਗਲਾ ਪੰਕਤੀ ਹੈ ਜੀ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਦੋਂ ਅਸੀਂ ਫਿੱਕਾ ਬੋਲਦੇ ਆ ਨਾ ਜੀ ਸਾਡਾ ਤਨ ਵੀ ਫਿੱਕਾ ਹੋ ਜਾਂਦਾ ਏ, ਸਾਡਾ ਮਨ ਵੀ ਫਿੱਕਾ ਹੋ ਜਾਂਦਾ ਏ। ਅਸੀਂ ਮਿੱਠਾ ਬੋਲੀਏ ਜੀ ਕਿਉਂ? ਕਿਉਂਕਿ ਸਾਡਾ ਜਿਹੜਾ ਸੱਜਣ ਸੁਆਮੀ ਹੈ ਨਾ ਉਹ ਮਿੱਠੇ ਸੁਭਾਅ ਦਾ ਏ ਜੀ। ਤੇ ਅਸੀਂ ਜਦੋਂ ਕਦੇ ਵੀ ਉਹਦੇ ਨਾਲ ਗੱਲਾਂ ਕਰਾਂਗੇ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਪਰਮਾਤਮਾ ਕਦੇ ਕੌੜਾ ਨਹੀਂ ਬੋਲਦਾ ਜੀ। ਤੇ ਜਪਜੀ ਸਾਹਿਬ ਦੇ ਵਿੱਚ ਫਰਮਾਨ ਆਉਂਦਾ ਜੀ ਕਿ ਪਰਮਾਤਮਾ ਦੀ ਭਾਸ਼ਾ ਮਿੱਠੀ ਹੈ, ਪਿਆਰ ਵਾਲੀ ਹੈ। ਤੇ ਫਿਰ ਪਰਮਾਤਮਾ ਦੇ ਬੰਦੇ ਦੀ, ਪਰਮਾਤਮਾ ਦੇ ਜੀ ਦੀ ਭਾਸ਼ਾ ਵੀ ਮਿੱਠੀ
ਤੇ ਪਿਆਰ ਵਾਲੀ ਹੋਵੇ ਜੀ। ਨੈਕਸਟ ਸਲਾਈਡ ਕਰਨਾ ਵੀਰ ਜੀ। ਹਾਂਜੀ, ਹਮੇਸ਼ਾ ਸਿੱਖਦੇ ਰਹੀਏ, ਭਾਵੇਂ ਉਸਤਾਦ ਵੀ ਬਣ ਜਾਈਏ ਜੀ। ਇਹ ਲਗਭਗ ਲਾਸਟ ਸਕਰੀਨ ਹੀ ਹੈ ਜੀ ਕਿ ਅਸੀਂ ਇੱਕ ਵਾਰ ਇੱਕ ਪੰਡਤ ਦੇ ਵਿੱਚ ਇੱਕ ਪਿੰਡ ਦੇ ਵਿੱਚ ਮਹਾਤਮਾ ਜੀ ਆਏ ਸੀ ਜੀ, ਤੇ ਮੇਰੇ ਵਰਗਾ ਇੱਕ ਚਾਰਕ ਕਿਤਾਬਾਂ ਪੜ੍ਹ ਕੇ ਨਾ ਸੋਚਦਾ ਹੈ ਕਿ ਦੇਖੀਏ ਸਹੀ ਕਿ ਇਹਨਾਂ ਨੂੰ ਕਿੰਨਾ ਕੁ ਗਿਆਨ ਹੈ। ਅਸੀਂ ਇਸ ਗੱਲ ਨੂੰ ਚੇਤੇ ਰੱਖਣਾ ਜੀ ਕਿ ਹਮੇਸ਼ਾ ਅਸੀਂ ਸਿੱਖਦੇ ਰਹੀਏ, ਭਾਵੇਂ ਸਾਨੂੰ ਸਾਰਾ ਕੁਝ ਆਉਂਦਾ ਹੈ ਨਾ, ਫਿਰ ਵੀ ਅਸੀਂ ਸਿੱਖਦੇ ਰਹੀਏ, ਕਿਉਂਕਿ ਸਿੱਖਣਾ ਜਦੋਂ ਸਾਡੀ ਜ਼ਿੰਦਗੀ 'ਚੋਂ ਖਤਮ ਹੋ ਗਿਆ ਉਦੋਂ ਅਸੀਂ ਸਿੱਖ ਨਹੀਂ ਰਹਿੰਦੇ ਜੀ, ਹਮੇਸ਼ਾ ਸਿੱਖਦੇ ਰਹੀਏ। ਤੇ ਉਹ ਪਿੰਡ ਦੇ ਵਿੱਚ ਪੰਡਤ ਜੀ ਆਏ ਸੀ ਤੇ ਚਾਰਕ ਕਿਤਾਬਾਂ ਪੜ੍ਹਨ ਵਾਲਾ ਮੇਰੇ ਵਰਗਾ ਬੰਦਾ, ਉਹਨੇ ਸੋਚਿਆ ਕਿ ਦੇਖ ਕੇ ਤਾਂ ਆਵਾਂ ਕਿ ਇਹਨਾਂ ਨੂੰ ਕਿੰਨਾ ਕੁ ਗਿਆਨ ਹੈ। ਉਹ ਜਾਂਦਾ ਹੈ ਮਹਾਤਮਾ ਜੀ ਕੋਲੇ, ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਏ, ਅੰਦਾਜ਼ਾ ਲਾ ਲੈਂਦਾ ਏ ਕਿ ਬਹੁਤ ਗਿਆਨ ਹੈ ਇਹਨਾਂ ਕੋਲੇ, ਮੇਰੇ ਕੋਲੇ ਕੁਛ ਵੀ ਗਿਆਨ ਨਹੀਂ। ਫਿਰ ਸੋਚਦਾ ਹੈ, ਫਿਰ ਬੇਨਤੀ ਕਰਦਾ ਹੈ ਕਿ ਮੈਨੂੰ ਤੁਸੀਂ ਆਪਣਾ ਚੇਲਾ ਬਣਾ ਲਓ, ਉਹਦਾ ਪਤਾ ਹੈ, ਤਾਂ ਜੋ ਉਸ ਤੋਂ ਅੱਗੇ ਵਾਲੀਆਂ ਗੱਲਾਂ ਨੇ ਉਹ ਤੈਨੂੰ ਮੈਂ ਸਮਝਾ ਸਕਾਂ। ਤੇ ਉਹ ਬੰਦੇ ਨੇ ਕੀ ਕੀਤੇ ਜੀ, 6-7 ਮਹੀਨੇ ਲਾਏ, ਇੱਕ ਬੜਾ ਵੱਡਾ ਗ੍ਰੰਥ ਤਿਆਰ ਕਰਕੇ ਲੈ ਗਿਆ। ਮਹਾਤਮਾ ਜੀ ਕੋਲੇ ਗਿਆ ਤੇ ਮਹਾਤਮਾ ਜੀਆਂ ਨੇ ਕਿਹਾ ਕਿ ਇਹ ਗ੍ਰੰਥ ਬਹੁਤ ਵੱਡਾ ਹੈ, ਮੈਥੋਂ ਪੜ੍ਹਿਆ ਨਹੀਂ ਜਾਣਾ, ਇਹਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਲਿਖ ਕੇ ਲੈ ਗਿਆ। ਉਹ ਬੰਦਾ ਫਿਰ ਜੀ 3-4 ਹਜ਼ਾਰ ਉਹਨੇ ਪੇਜ ਲਿਖਿਆ ਸੀ, ਬਾਅਦ ਦੇ ਵਿੱਚ ਉਹਨੇ 10% ਹੀ ਕਰਤਾ ਜੀ, 300 ਪੇਜਾਂ ਦੇ ਸੰਖੇਪ ਕਰਕੇ ਲੈ ਗਿਆ। ਮਹਾਤਮਾ ਜੀ ਕਹਿੰਦੇ ਹਾਲੇ ਵੀ ਜ਼ਿਆਦਾ ਏ, ਹੋਰ ਸੰਖੇਪ ਦੇ ਵਿੱਚ ਕਰਕੇ ਲਿਆ। ਗੱਲ ਕੀ ਜੀ, ਇੱਥੋਂ ਤੱਕ ਸੰਖੇਪ ਦੇ ਵਿੱਚ ਕਰ ਲਿਆ ਉਹਨੇ ਕਿ ਸਾਰੇ ਕਿੱਥੇ ਤਾਂ ਉਹ ਪਹਿਲਾਂ ਪੂਰਾ ਵੱਡਾ ਗ੍ਰੰਥ ਤਿਆਰ ਕਰਕੇ ਲਿਖ ਗਿਆ ਸੀ, ਇੱਕ ਦਿਨ ਇਹੋ ਜਿਹਾ ਆਇਆ ਉਹ ਕੇਵਲ ਇੱਕ ਪੇਜ ਤੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਲਿਖ ਕੇ ਲੈ ਗਿਆ ਕਿ ਮੈਨੂੰ ਇਹ ਪਤਾ ਹੈ, ਇਹ ਗਿਆਨ ਹੈ। ਮਹਾਤਮਾ ਜੀਆਂ ਨੇ ਕਿਹਾ ਕਿ ਹਜੇ ਵੀ ਨਹੀਂ ਪੜ੍ਹਿਆ ਜਾਂਦਾ, ਹਜੇ ਵੀ ਬਹੁਤ ਜ਼ਿਆਦਾ ਹੈ, ਹੋਰ ਸੰਖੇਪ ਦੇ ਵਿੱਚ ਕਰਕੇ ਲਿਖਿਆ। ਤੇ ਉਹ ਬੰਦੇ ਨੂੰ ਇੱਕ ਗੱਲ ਉਹਦੇ ਧਿਆਨ ਦੇ ਵਿੱਚ ਆ ਗਈ, ਤੇ ਅਸੀਂ ਵੀ ਧਿਆਨ ਦੇ ਵਿੱਚ ਰੱਖਣੀ ਹੈ ਜੀ। ਉਹ ਬੰਦੇ ਨੂੰ ਇੱਕ ਗੱਲ ਧਿਆਨ ਦੇ ਵਿੱਚ ਆ ਗਈ, ਅਗਲੀ ਵਾਰ ਕੀ ਹੋਇਆ, ਖਾਲੀ ਪੇਜ ਲੈ ਕੇ ਮਹਾਤਮਾ ਜੀ ਕੋਲੇ ਚਲਾ ਗਿਆ ਤੇ ਮਹਾਤਮਾ ਜੀਆਂ ਨੇ ਕਿਹਾ ਕਿ ਹੁਣ ਤੂੰ ਮੇਰਾ ਸ਼ਿਸ਼, ਹੁਣ ਤੂੰ ਮੇਰਾ ਸ਼ਾਗਿਰਦ ਚੇਲਾ ਬਣ ਸਕਦਾ ਹੈ। ਤੇ ਅਸੀਂ ਸਾਰਿਆਂ ਨੇ ਹਮੇਸ਼ਾ ਸਿੱਖਣ ਦੀ ਭਾਵਨਾ ਰੱਖਣੀ ਹੈ ਜੀ, ਹਮੇਸ਼ਾ ਅਸੀਂ ਸਿੱਖਦੇ ਰਹੀਏ ਜੀ। ਅਗਲੀ ਸਲਾਈਡ ਕਰਨਾ ਵੀਰ ਜੀ। ਹਾਂਜੀ, ਜਦੋਂ ਕਿਤੇ ਦੁਨੀਆ ਦੇ ਵਿੱਚ ਚੰਗੇ ਜਾਂ ਮਾੜੇ ਬੰਦੇ ਦੀ ਗੱਲ ਚੱਲਦੀ ਹੈ ਨਾ, ਤੇ ਅਸੀਂ ਸਾਰੇ ਆਪਣੇ ਆਪ ਨੂੰ ਚੰਗਿਆਂ ਦੇ ਵਿੱਚ ਗਿਣਨ ਲੱਗ ਜਾਂਦੇ ਹਾਂ। ਜਿਵੇਂ ਕਹਿੰਦਾ ਛੋਟੇ ਬੱਚਿਆਂ ਨੂੰ ਇਹ ਕਹਾਣੀ ਸੀਗੀ ਜੀ ਕਿ ਇੱਕ ਬੰਦਾ ਹੈ, ਉਹ ਊਠਾਂ ਨੂੰ ਲੈ ਕੇ ਜਾਂਦਾ ਹੈ, ਜਦੋਂ ਤਾਂ ਅਖੀਰਲੇ ਊਠ ਦੇ ਉੱਪਰ ਬਹਿ ਜਾਂਦਾ ਹੈ ਉਦੋਂ ਇੱਕ ਊਠ ਘਟ ਜਾਂਦਾ ਹੈ, ਤੇ ਜਦੋਂ ਊਠਾਂ ਤੋਂ ਉਤਰ ਜਾਂਦਾ ਹੈ ਕੱਲੇ ਕੱਲੇ ਊਠ ਨੂੰ ਗਿਣਦਾ ਹੈ, ਉਹਦੇ ਊਠ ਪੂਰੇ ਹੋ ਜਾਂਦੇ ਆ। ਮੈਂ ਪੂਰੀ ਸਟੋਰੀ ਨਹੀਂ ਦੱਸਣੀ ਜੀ। ਤੇ ਉਹਦੇ ਕੋਲੇ ਕੋਈ ਬੰਦਾ ਆਇਆ ਕਿ ਕੀ ਚੱਕਰ ਚੱਲ ਰਿਹਾ, ਸਿਰ ਫੜ ਕੇ ਬੈਠਾ ਸੀ, ਤਾਂ ਉਹਨੇ ਕਿਹਾ ਵੀ ਇਹ ਗੱਲ ਹੈ ਕਿ ਜਦੋਂ ਤਾਂ ਮੈਂ ਊਠਾਂ ਦੇ ਉੱਪਰ ਬਹਿ ਜਾਂਦਾ ਤਾਂ ਮੇਰੇ ਊਠ ਘਟ ਜਾਂਦੇ ਹੈ, ਜਦੋਂ ਮੈਂ ਇਹਨਾਂ ਦੇ ਨਾਲ ਨਾਲ ਤੁਰਦਾ ਇਹ ਪੂਰੇ ਹੋ ਜਾਂਦੇ ਹੈ। ਤੇ ਉਹ ਬੰਦੇ ਨੇ ਇੱਕ ਗੱਲ ਸਮਝਾਈ ਸੀ ਕਿ ਗਿਣਤੀ ਸ਼ੁਰੂ ਕਿੱਥੋਂ ਕੀਤੀ ਸੀ। ਉਹ ਬੰਦੇ ਨੇ ਕਿਹਾ ਕਿ ਗਿਣਤੀ ਸ਼ੁਰੂ ਕਰਦਾ ਮੈਂ ਉਹ ਦੂਸਰੇ ਤੋਂ। ਤੇ ਉਹ ਜਿਹੜੇ ਸੱਜਣ ਆਏ ਸੀ ਉਹਨਾਂ ਨੇ ਸਮਝਾਇਆ ਸੀ ਕਿ ਨਹੀਂ, ਗਿਣਤੀ ਉੱਥੋਂ ਨਹੀਂ ਸ਼ੁਰੂ ਕਰਨੀ, ਗਿਣਤੀ ਇੱਥੋਂ ਸ਼ੁਰੂ ਕਰਨੀ ਹੈ, ਆਪਣੇ ਆਪ ਤੋਂ ਗਿਣਤੀ ਸ਼ੁਰੂ ਕਰੀਏ ਜੀ। ਜਦੋਂ ਮਾੜਿਆਂ ਦੀ ਵੀ ਗਿਣਤੀ ਕਰਦੇ ਆ ਨਾ, ਚੰਗਿਆਂ ਦੇ ਵਿੱਚ ਅਸੀਂ ਆਪਣੇ ਆਪ ਦੀ ਗਿਣਤੀ ਪਹਿਲੇ ਨੰਬਰ ਤੇ ਕਰਦੇ ਹਾਂ, ਜਦੋਂ ਮਾੜਿਆਂ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਆਪਣੇ ਆਪ ਦੀ ਗਿਣਤੀ ਜ਼ਰੂਰ ਕਰੀਏ ਜੀ, ਆਪਣੇ ਆਪ ਨੂੰ ਉਦੋਂ ਅੱਗੇ ਲੈ ਕੇ ਆਈਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਸਾਡਾ ਜੀਵਨ ਬਣ ਜਾਵੇ ਜੀ। ਸੋ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ, ਆਪ ਸਭ ਸੰਗਤਾਂ ਨੇ ਖਿਮਾ ਕਰਨਾ ਜੀ, ਜਿੰਨੇ ਵੀ ਜੁੜ ਬੈਠੇ ਹੋ ਜੀ, ਚਾਹੇ ਬੱਚੇ ਹੋ ਪਰ ਤੁਹਾਡੇ ਕੋਲੇ ਬਹੁਤ ਸਾਰਾ ਗਿਆਨ ਹੈ। ਸੋ ਸਾਰਿਆਂ ਦਾ ਧੰਨਵਾਦ ਜੀ। ਅਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ, ਛੋਟਿਆਂ ਦੇ ਨਾਲ ਪਿਆਰ ਕਰਨਾ ਹੈ ਜੀ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਇਹ 9 ਦਾ ਪਹਾੜਾ ਸੀ ਜੀ, ਇਹ ਤੋਂ ਅਸੀਂ ਸਿੱਖ ਲਈਏ ਜੀ 9 ਦਾ ਪਹਾੜਾ ਹੈ, ਖੱਬੇ ਹੱਥ ਜੋ ਗਿਣਤੀ ਹੈ ਉਹ ਵੱਧ ਰਹੀ ਹੈ ਜੀ, 0 1 2 3 4 ਇਹ ਗਿਣਤੀ ਵੱਧ ਰਹੀ ਹੈ ਜੀ। ਸੱਜੇ ਹੱਥ ਦੀ ਜੋ ਗਿਣਤੀ ਹੈ, ਸਟਾਰਟਿੰਗ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਸੀ, 9 ਤੋਂ ਬਾਅਦ 8, ਇਹ ਗਿਣਤੀ ਘਟਣ ਲੱਗ ਗਈ ਜਿਹੜੀ ਸੱਜੇ ਹੱਥ ਦੀ ਗਿਣਤੀ ਹੈ। ਇਹ 9 ਦਾ ਪਹਾੜਾ ਹੈ ਜੀ, ਪਰ ਇਹ 9 ਦਾ ਪਹਾੜਾ ਬੜਾ ਕਮਾਲ ਦਾ ਹੈ, ਸਾਨੂੰ ਸਿਖਾ ਰਿਹਾ ਹੈ ਕਿ ਜਦੋਂ ਸਾਡੇ 0 ਉਮਰ ਹੁੰਦੀ ਹੈ ਨਾ, ਉਦੋਂ ਸਾਡੇ ਕੋਲੇ ਗੁਣਾਂ ਦੀ ਗਿਣਤੀ 9 ਦੇ ਬਰਾਬਰ ਹੁੰਦੀ ਹੈ। ਜਦੋਂ ਸਾਡੀ
ਉਮਰ ਵੱਧਦੀ ਜਾਂਦੀ ਹੈ, ਸਾਡੇ ਗੁਣ ਦਿਨੋਂ ਦਿਨ ਘਟਦੇ ਜਾਂਦੇ ਹੈ, ਸਾਡਾ ਸਮਾਂ ਦਿਨੋਂ ਦਿਨ ਘਟਦਾ ਜਾਂਦਾ ਹੈ। ਸੋ ਅਸੀਂ ਕੋਸ਼ਿਸ਼ ਕਰੀਏ ਜੇ ਆਪਣੀ ਇਸ ਜ਼ਿੰਦਗੀ ਨੂੰ ਸਵਾਰੀਏ, ਆਪਣੇ ਆਪੇ ਨੂੰ ਸਵਾਰੀਏ ਜੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਜੀ ਦਾ। ਜੀ ਬੜੇ ਵਧੀਆ ਮੈਸੇਜ ਵੀ ਆਏ ਨੇ ਤੁਹਾਡੀ ਇਸ ਟਾਕ ਦੇ ਦੌਰਾਨ ਕਿ ਬਹੁਤ ਵਧੀਆ ਤੁਸੀਂ ਸਮਝਾਇਆ ਬੱਚਿਆਂ ਨੂੰ। ਬੜਾ ਧੰਨਵਾਦ ਕੀਤਾ ਉਹਨਾਂ ਨੇ ਤੁਹਾਡਾ। ਪਰ ਇੱਕ ਬੱਚੇ ਦਾ ਸਵਾਲ ਵੀ ਆਇਆ ਸੀ ਕਿ ਨਿਮਰਤਾ ਤੇ ਨਿਮਾਣਾਪਨ ਵਿੱਚ ਕੀ ਫਰਕ ਹੈ? ਹਾਂਜੀ ਵੀਰ ਜੀ। ਜਿੱਥੇ ਤੱਕ ਭੈਣ ਜੀ ਮੈਨੂੰ ਲੱਗਦਾ ਹੈ ਨਿਮਰਤਾ ਸਾਡੇ ਸੁਭਾਅ ਦੇ ਵਿੱਚ ਹੈ, ਸਾਡੇ ਬੋਲਾਂ ਦੇ ਵਿੱਚ ਹੈ। ਨਿਮਾਣਾਪਣ ਹੈ ਅਸੀਂ ਇਹ ਕਿਸੇ ਨੂੰ ਸ਼ੋਅ ਨਹੀਂ ਕਰਨਾ, ਅਸੀਂ ਆਪਣੇ ਆਪ ਜ਼ਿੰਦਗੀ ਦੇ ਵਿੱਚ ਰੱਖਣਾ ਜੀ। ਜਿੱਥੋਂ ਤੱਕ ਮੇਰੀ ਮਤਬੁੱਧ ਹੈ ਕਿ ਨਿਮਰਤਾ ਇਹ ਅਸੀਂ ਹਰ ਇੱਕ ਦੇ ਨਾਲ ਵਰਤਣੀ ਹੈ, ਦੂਸਰਿਆਂ ਦੇ ਨਾਲ ਸ਼ੇਅਰ ਕਰਨੀ ਹੈ। ਨਿਮਾਣਾਪਣ ਹੈ ਇਹ ਵੀ ਸ਼ੇਅਰ ਤਾਂ ਕਰਨਾ ਹੈ, ਪਰ ਅਸੀਂ ਦੂਸਰਿਆਂ ਨੂੰ ਸ਼ੋਅ ਨਹੀਂ ਹੋਣ ਦੇਣਾ ਜੀ ਕਿ ਮੈਂ ਕਿੰਨਾ ਕੁ ਨੀਵਾਂ ਗਾ। ਨੇ ਅਸੀਂ ਜਿੰਨਾ ਕੁ ਸਮੇਂ ਦੇ ਵਿੱਚ ਲੈ ਸਕਾਂਗੇ ਉਹਨੇ ਕੁ ਲਵਾਂਗੇ ਜੀ। ਸੋ ਸਭ ਤੋਂ ਪਹਿਲਾਂ ਇੱਕ ਵਿਦਿਆਰਥੀ ਹੈ ਜੀ, EPP ਨੰਬਰ 13339। EPP ਨੰਬਰ 13339। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, am I audible ma'am? ਬੋਲੋ ਜੀ। ਅਸੀਂ ਇਸੇ ਗਾਤਾਂ ਨਾਲ ਨਹੀਂ ਗਤਾਰ ਨਾਲ ਜੁੜਨਾ ਹੈ। ਇੱਕ ਵਾਰ ਗੁਰੂ ਸਾਹਿਬ ਜੀ ਜਦੋਂ ਸਿੱਖ ਸੰਗਤਾਂ ਨਾਲ ਜਾ ਰਹੇ ਸਨ ਤਾਂ ਗੁਰੂ ਜੀ ਨੇ ਰਸਤੇ ਦੇ ਵਿੱਚ ਕੁਝ ਤਾਂਬੇ ਦੇ, ਕੁਝ ਸੋਨੇ ਦੇ ਅਤੇ ਕੁਝ ਚਾਂਦੀ ਦੇ ਸਿੱਕੇ ਸੁੱਟੇ। ਉਹ ਵਿਅਕਤੀ ਉਹਨਾਂ ਦੇ ਨਾਲ ਸਨ। ਕੁਝ ਨੇ ਤਾਂਬੇ, ਸੋਨੇ ਅਤੇ ਚਾਂਦੀ ਦੇ ਸਿੱਕੇ ਚੁੱਕੇ ਅਤੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਪਰ ਭਾਈ ਲਹਿਣਾ ਜੀ ਨੇ ਕੋਈ ਸਿੱਕਾ ਨਾ ਚੁੱਕਿਆ ਅਤੇ ਗੁਰੂ ਜੀ ਦੇ ਨਾਲ ਹੀ ਚੱਲਦੇ ਰਹੇ ਅਤੇ ਗੁਰੂ ਨਾਨਕ ਦੇਵ ਜੀ ਦੇ ਸਰੀਰ ਦਾ ਅੰਗ ਬਣੇ। ਅਸੀਂ ਵੀ ਭਾਈ ਲਹਿਣਾ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਹੈ ਕਿ ਅਸੀਂ ਦਾਤਾਂ ਨਾਲ ਨਹੀਂ ਦਾਤਾਰ ਨਾਲ ਜੁੜਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਅੰਕਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਅਤੇ ਆਪਣਾ ਆਪ ਸੰਵਾਰਨ ਦੇ ਬਾਰੇ ਜਿਹੜੀ ਸਾਨੂੰ ਨੌਲੇਜ ਦਿੱਤੀ ਹੈ। ਮੈਂ ਅੱਜ ਬੋਲਣਾ ਚਾਹੁੰਦੀ ਹਾਂ ਬੰਦੇ ਖੋਜ ਦਿਲ ਹਰ ਰੋਜ਼। ਭਾਵ ਕਿ ਜਿਹੜਾ ਮਨੁੱਖ ਹੈ ਉਹਨੇ ਦੁਨਿਆਵੀ ਤਲ ਤੇ ਬਹੁਤ ਕੁਝ ਖੋਲ ਲਿਆ, ਨਦੀਆਂ ਦੀਆਂ ਕੁੱਖਾਂ ਫਰੋਲ ਲਈਆਂ, ਪਹਾੜਾਂ ਦੀਆਂ ਕੁੱਖਾਂ ਫਰੋਲ ਲਈਆਂ, ਪਰ ਕਦੇ ਉਸਨੇ ਆਪਣੇ ਆਪ ਨੂੰ ਖੋਜ ਕੇ ਨਹੀਂ ਦੇਖਿਆ। ਮੈਂ ਇੱਕ ਛੋਟੀ ਜਿਹੀ ਸਟੋਰੀ ਸੰਖੇਪ ਦੇ ਵਿੱਚ ਸੁਣਾਉਣਾ ਚਾਹਾਂਗੀ। ਇੱਕ ਸੇਠ, ਉਹਦੇ ਕੋਲ ਬਹੁਤ ਪੈਸਾ ਹੈ ਤੇ ਉਹ ਰੇਲ ਗੱਡੀ ਦੇ ਵਿੱਚ ਚੜ੍ਹ ਗਿਆ ਤੇ ਚਾਰ ਚੋਰਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਰੇਲ ਗੱਡੀ ਦੇ ਵਿੱਚ ਚੜ੍ਹ ਗਿਆ ਤੇ ਉਸਦੇ ਪਿੱਛੇ ਲੱਗ ਗਏ। ਤੇ ਜਦੋਂ ਉਸਦੇ ਉਹ ਪਿੱਛੇ ਲੱਗ ਗਏ ਤਾਂ ਉਹ ਪਹਿਲੇ ਚੋਰ ਨੇ, ਜਦੋਂ ਕਿਤੇ ਸੇਠ ਬਾਹਰ ਜਾਂਦਾ, ਉਹ ਉਸਦੇ ਸੇਠ ਦੇ ਆਸੇ-ਪਾਸੇ ਜਿਹੜੀਆਂ ਚੀਜ਼ਾਂ ਸੀ ਉਹ ਫਰੋਲਣ ਲੱਗ ਜਾਂਦਾ ਵੀ ਸਾਨੂੰ ਕਿਤੇ ਪੈਸੇ ਮਿਲ ਜਾਣ। ਤੇ ਜਦੋਂ ਪਹਿਲੇ ਨੂੰ ਨਾ ਮਿਲੇ ਉਹਨੇ ਦੂਜੇ ਨੂੰ ਸੁਨੇਹਾ ਲਾ ਦਿੱਤਾ, ਦੂਜੇ ਨੂੰ ਨਾ ਮਿਲੇ ਉਹਨੇ ਤੀਜੇ ਨੂੰ। ਇਸ ਤਰ੍ਹਾਂ ਚਾਰੇ ਚੋਰਾਂ ਨੂੰ ਇੱਕ ਦੂਜੇ ਨੂੰ ਸੁਨੇਹਾ ਲਾ ਦਿੱਤਾ। ਉਹਨਾਂ ਨੇ ਬਹੁਤ ਖੋਜਿਆ ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ। ਤੇ ਜਦੋਂ ਐਂਡ ਤੇ ਜਿਹੜਾ ਜਿੱਥੇ ਸੇਠ ਨੇ ਉਤਰਨਾ ਸੀ ਉਹ ਆ ਗਿਆ ਸਟੇਸ਼ਨ, ਤੇ ਜਦੋਂ ਸੇਠ ਉਤਰਨ ਲੱਗਾ ਤਾਂ ਚਾਰੇ ਚੋਰ ਆਏ ਕੋਲੇ ਤੇ ਕਹਿਣ ਲੱਗੇ, ਸੇਠ ਜੀ ਵੀ ਅਸੀਂ ਤਾਂ ਬਹੁਤ ਕੁਛ ਕਰ ਲਈ, ਵੀ ਅਸੀਂ ਤੁਹਾਡਾ ਪੈਸਾ ਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੁਹਾਡਾ ਪੈਸਾ ਨਹੀਂ ਮਿਲਿਆ, ਤੁਸੀਂ ਪੈਸਾ ਕਿੱਥੇ ਲੁਕੋ ਕੇ ਜਾਂਦੇ ਸੀ। ਸੇਠ ਬੜਾ ਹੱਸਿਆ ਤੇ ਕਹਿਣ ਲੱਗਾ, ਕਹਿੰਦਾ ਮੂਰਖੋ, ਕਹਿੰਦਾ ਮੈਨੂੰ ਪਤਾ ਸੀ ਤੁਸੀਂ ਮੇਰੀਆਂ ਚੀਜ਼ਾਂ ਫਰੋਲੋਗੇ, ਤੁਸੀਂ ਆਪਣੀਆਂ ਚੀਜ਼ਾਂ ਨਹੀਂ ਫਰੋਲੋਗੇ, ਇਹ ਕਰਕੇ ਮੈਂ ਜਿਹੜਾ ਪਹਿਲਾ ਬੈਗ ਸੀ ਉਹ ਤੁਹਾਡੇ ਸਿਰ ਥੱਲੇ ਧਰ ਜਾ ਸੀ। ਭਾਵ ਤੁਸੀਂ ਜਿਹੜੀਆਂ ਚੀਜ਼ਾਂ ਫਰੋਲੋਗੇ, ਆਪਣਾ ਸਰਾਣਾ ਫਰੋਲੋਗੇ, ਇਸ ਤਰ੍ਹਾਂ ਅਸੀਂ ਦੂਜੇ ਔਗਣ ਤਾਂ ਬੋਲਦੇ ਹਾਂ ਪਰ ਇਹ ਆਪਣੇ ਔਗਣ ਫਰੋਲੇ, ਆਪ ਮਨ ਨਹੀਂ ਫਰੋਲੇ। ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਰ ਤੂੰ ਆਪਣਾ ਖੋਜ ਲੱਗ ਪਿਆ, ਨਾ ਮਨ ਖੋਜ ਲੱਗ ਪਿਆ, ਤੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ EPP ਨੰਬਰ 14132 ਸੰਗਰੂਰ ਤੋਂ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Am I audible, ma'am? Yes, please. मैं ਫਰੀਦ ਜੀ ਦਾ ਇੱਕ ਸ਼ਲੋਕ ਸਾਂਝਾ ਕਰਨਾ ਚਾਹੁੰਦੀ ਹਾਂ। ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ। ਤੇ ਫਰੀਦ ਜੀ ਕਹਿੰਦੇ ਹਨ ਕਿ ਜਿੰਨਾ ਕੰਮਾਂ ਦਾ ਜਿਹਨੂੰ ਕੋਈ ਵੀ ਲਾਭ ਨਹੀਂ ਹੈ, ਉਹ ਜਿਹੜੇ ਕੰਮ ਨੇ ਉਹ ਸਾਨੂੰ ਤਿਆਗ ਦੇਣੇ ਚਾਹੀਦੇ ਆ। ਜੇਕਰ ਅਸੀਂ ਇਦਾਂ ਨਹੀਂ ਕੀਤਾ ਤਾਂ ਸਾਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇਗਾ। ਸੋ ਸਾਨੂੰ ਜਿਹੜਾ ਕਿਸੇ ਵੀ ਚੀਜ਼ ਦਾ ਜਿਹੜਾ ਹੰਕਾਰ ਆ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਨਾਲ ਤਾਂ ਸਾਡੇ ਇੱਕ ਸੂਈ ਤੱਕ ਵੀ ਨਹੀਂ ਜਾਂਦੀ। ਵਾਹਿਗੁਰੂ ਦਾ ਨਾਮ ਤੇ ਸਾਡੇ ਕੀਤੇ ਹੋਏ ਜਿਹੜੇ ਚੰਗੇ ਕਰਮ ਨੇ ਉਹੀ ਸਾਡੇ ਨਾਲ ਜਾਣੇ ਨੇ। ਸੋ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਇੱਕ ਹੋਰ ਫਰਮਾਨ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ। ਕਿ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਵਸਦੇ ਨੇ। ਲੋੜ ਹੈ ਉਹਨਾਂ ਦਾ ਸਿਮਰਨ ਕਰਨ ਦੀ। ਸੋ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਤੇ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਸੋ ਨੈਕਸਟ ਕੁਲਜਿੰਦਰ ਕੌਰ 15639 ਦੇਵੀਗੜ੍ਹ ਤੋਂ। ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰਾ ਹੋਈਏ ਕਿ ਪੂਰੇ ਟੁੱਟੇ ਪਾਲ ਹੁਕਮ ਜਾਰੀ ਚੱਲਣਾ, ਨਾਨਕ ਲਿਖਿਆ ਨਾਲ। ਸਚਿਆਰੇ ਬਣਨ ਲਈ ਸਾਨੂੰ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਅਤੇ ਝੂਠ ਤੋਂ ਦੂਰ ਰਹਿਣਾ ਚਾਹੀਦਾ ਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭਾ ਦੀ ਪੀਪੀ ਨੰਬਰ 12947। ਬੇਨਤੀ ਆਪਣੀ ਵੀਡੀਓ ਨੂੰ ਔਨ ਕਰਨ ਜੀ। ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਸਾਨੂੰ ਆਪਣੀਆਂ ਕਮੀਆਂ ਨੂੰ ਸੁਧਾਰਨਾ ਚਾਹੀਦਾ ਹੈ, ਨਾ ਕਿ ਦੂਜਿਆਂ ਦਾ ਨੁਕਸਾਨ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਸਾਨੂੰ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਦੀ ਚੁਗਲੀ ਅਤੇ ਨਿੰਦਿਆ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਸੋ ਨੈਕਸਟ ਈਪੀਪੀ ਨੰਬਰ 16018। ਅਗਰ ਇਹ ਨਹੀਂ ਅਵੇਲੇਬਲ ਆਪਾਂ ਪਹਿਲਾਂ ਅਮਨਦੀਪ ਸਿੰਘ ਜੀ ਨੂੰ ਲੈ ਲੈਂਦੇ ਹਾਂ। ਹਾਂਜੀ ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰਨ ਅਨਮੋਲਦੀਪ ਕੌਰ ਜੀ। ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਜੀ। ਮੈਮ ਜਿਵੇਂ ਮੈਂ ਸਭ ਤੋਂ ਪਹਿਲਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਨੌਲੇਜ ਦਿੱਤੀ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ, ਨਾ ਕਿ ਦੂਜਿਆਂ ਨੂੰ ਸੁਧਾਰਨ ਦੀ। ਅਸੀਂ ਕਹਿ ਦਿੰਦੇ ਹਾਂ ਨਾ ਕਿ ਅਸੀਂ ਦੂਜੇ ਵੀ ਤੂੰ ਏਦਾਂ ਕਰਦਾ, ਤੂੰ ਏਦਾਂ ਨਹੀਂ ਕਰਨਾ, ਪਰ ਅਸੀਂ ਆਪਦੇ ਵੱਲ ਝਾਤੀ ਨਹੀਂ ਮਾਰਦੇ, ਦੂਜਿਆਂ ਵੱਲ ਝਾਤੀ ਮਾਰਦੇ ਰਹਿੰਦੇ। ਸਾਨੂੰ ਪਹਿਲਾਂ ਆਪਣੇ ਗੁਣ ਸੁਧਾਰਨੇ ਚਾਹੀਦੇ, ਫਿਰ ਸਾਨੂੰ ਦੂਜਿਆਂ ਨੂੰ ਸੁਧਾਰਨੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਸੋ ਨੈਕਸਟ ਅਮਨਦੀਪ ਸਿੰਘ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਵੀਰ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਏਡੀ ਵਧੀਆ ਸਿੱਖਿਆ ਦਿੱਤੀ। ਅਤੇ ਮੈਂ ਵੀਰ ਜੀ ਦੇ ਵਿਸ਼ੇ ਵਿੱਚੋਂ ਕੁਝ ਦੱਸਣਾ ਚਾਹੁੰਦਾ ਹਾਂ ਵੀ ਈਰਖਾ ਉਹਨਾਂ ਨੇ ਦੱਸਿਆ, ਨਫ਼ਰਤ, ਕਿਸੇ ਨਾਲ ਨਫ਼ਰਤ ਕਰਨਾ, ਈਰਖਾ, ਹੰਕਾਰ ਕਰਨਾ। ਈਰਖਾ ਦੀ ਕੋਈ ਦਵਾਈ ਨਹੀਂ ਹੈਗੀ। ਈਰਖਾ ਸਿਰਫ ਬੰਦਾ ਖੁਦ ਹੀ ਆਪਣੇ ਮਨ ਚੋਂ ਕੱਢ ਸਕਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਮਨ ਚੋਂ ਈਰਖਾ ਨੂੰ ਕੱਢ ਦੇਣਾ ਅਤੇ ਦੂਜਿਆਂ ਦੇ ਨਾਲ ਨਫ਼ਰਤ ਨਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਈਸ ਰਣਜੀਤ ਸਿੰਘ ਜੀ ਉਹਨਾਂ ਦਾ ਹੱਥ ਖੋਲ੍ਹਿਆ ਜੀ। ਉਹਨਾਂ ਨੇ ਬੇਨਤੀ ਆਪਣੀ ਵੀਡੀਓ ਨੂੰ ਸਟਾਰਟ ਕਰਨੀ ਤੇ ਆਪਣੇ ਮਾਈਕ ਨੂੰ ਅਨਮਿਊਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਭੈਣ ਜੀ, ਵੀਰ ਜੀ ਵੱਲੋਂ ਨਾ ਵਧੀਆ ਵਿਚਾਰ ਕੀਤੇ ਗਏ ਨੇ। ਜਿਵੇਂ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਸਭ ਤੋਂ ਵੱਡਾ ਮਨੁੱਖ ਨੂੰ ਹਉਮੈ ਦਾ ਰੋਗ ਹੈ ਜੀ। ਆਪਾਂ ਕਈ ਵਾਰ ਸੋਚਦੇ ਹਾਂ ਕਿ ਸਾਨੂੰ ਜਾਂ ਕੈਂਸਰ ਹੋ ਗਿਆ ਜਾਂ ਫਲਾਣਾ ਰੋਗ ਲੱਗ ਗਿਆ। ਉਦੋਂ ਵੱਡਾ ਰੋਗ ਹੈ ਸਭ ਤੋਂ ਜੀ ਹਉਮੈ ਦਾ ਜੀ। ਸਾਨੂੰ ਇਸ ਤੋਂ ਬਚਣ ਲਈ ਵੱਧ ਤੋਂ ਵੱਧ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈਪੀਪੀ ਨੰਬਰ 10306। ਡਿਸਕਨੈਕਟ ਕਰਕੇ ਦੁਬਾਰਾ ਕਨੈਕਟ ਕਰੋ ਜੀ ਆਡੀਓ ਨੂੰ। ਜਦ ਤੱਕ ਇਹਨਾਂ ਦਾ ਸੌਟ ਆਊਟ ਹੁੰਦਾ ਸੀ ਈਪੀਪੀ ਨੰਬਰ 817 831 ਇਹਨਾਂ ਨੂੰ ਲੈਣੇ ਆ ਜੀ ਤਰਨ ਤਾਰਨ ਤੋਂ। ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਮੈਂ ਪਹਿਲਾਂ ਤਾਂ ਮੈਂ ਵੀਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਕਈ ਵਾਰ ਬੱਚਿਆਂ ਵਿੱਚ ਜਦੋਂ ਕੋਈ ਲੜਾਈ ਹੋ ਜਾਂਦੀ ਹੈ ਤੇ ਬੱਚੇ ਆਪਣੇ ਵਿੱਚ ਜ਼ਿਆਦਾ ਦਿਖਾਉਂਦੇ ਆ
ਕਿ ਬਾਅਦ ਵਿੱਚ ਸਾਨੂੰ ਮਤਲਬ ਕਿ ਇਹ ਨਹੀਂ ਰਹਿਣਾ ਚਾਹੀਦਾ। ਗੁਰੂ ਜੀ ਨੇ ਸਾਨੂੰ ਮਰਨ ਵਾਸਤੇ ਕਿਹਾ ਵਾ ਤੇ ਅਸੀਂ ਮਤਲਬ ਕਿ ਨਿਮਰੇ ਬਣ ਕੇ ਰਹਿਣਾ ਵਾ, ਕਿਉਂਕਿ ਇੱਥੇ ਹੁੰਦਾ ਹੈ ਜਿੱਤਿਆ ਉਹ ਨਹੀਂ, ਜੋ ਕਹਿ ਗਿਆ ਜਿੱਤਿਆ ਉਹ ਜੋ ਸਹਿ ਗਿਆ। ਤੇ ਨਾਲੇ ਜਦੋਂ ਕੋਈ ਵੀ ਆਪਣੇ ਨਾਲ ਧੱਕਾ ਹੁੰਦਾ ਵਾ ਤੇ ਫਿਰ ਜ਼ਿਆਦਾ ਮਤਲਬ ਕਿ ਜਦੋਂ ਗੱਲ ਹੱਦ ਤੋਂ ਪਾਰ ਹੋ ਜਾਂਦੀ ਆ, ਫਿਰ ਪਹਿਲਾਂ ਸੱਸਾ ਸਹਿਣਾ, ਫਿਰ ਸਮਝਾਉਣਾ, ਫਿਰ ਸੋਧਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਸਾਰੇ ਸਟੂਡੈਂਟਸ ਦਾ ਜਿਨ੍ਹਾਂ ਨੇ ਆਪਣੇ ਵਿਊਜ਼ ਵੀ ਦਿੱਤੇ ਔਰ ਨਾਲ ਬਹੁਤ ਸਾਰਾ ਇਹਦੇ ਵਿੱਚ। ਸੋ ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਾਂਗੇ ਜੀ, ਬਟ ਸਮਾਪਤੀ ਤੋਂ ਪਹਿਲਾਂ ਮੈਂ ਗਗਨਦੀਪ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਸਲਾਈਡ ਨੂੰ ਸ਼ੋਅ ਕਰਨਗੇ ਤੇ ਸ਼ੇਅਰ ਕਰਨਗੇ ਜੀ ਫੋਟੋ ਨੂੰ। ਔਰ ਜਿਹੜੇ ਬੱਚੇ ਕੁਝ ਮੈਸੇਜ ਦੇ ਵਿੱਚ ਸਟੂਡੈਂਟਸ ਪੁੱਛ ਰਹੇ ਸਨ ਕਿ ਅਸੀਂ ਜਾਪ ਦੀ ਸੇਵਾ ਕਰਨਾ ਚਾਹੁੰਦੇ ਹਾਂ, ਕੀਰਤਨ ਦੀ ਸੇਵਾ ਕਰਨਾ ਚਾਹੁੰਦੇ ਹਾਂ, ਤਾਂ ਕਿਰਪਾ ਕਰਕੇ ਨੰਬਰ ਨੋਟ ਕਰ ਲਏ ਜਾਣ। ਜਿਹੜੇ ਵੀ ਸਟੂਡੈਂਟਸ ਨੇ ਅਜੇ ਤੱਕ ਜਾਪ ਦੀ ਸੇਵਾ ਨਹੀਂ ਕੀਤੀ ਜਾਂ ਕੀਰਤਨ ਦੀ ਸੇਵਾ ਨਹੀਂ ਕੀਤੀ, ਜ਼ਰੂਰੀ ਨਹੀਂ ਹੈ ਕਿ ਕੀਰਤਨ ਵਾਜੇ ਤਬਲੇ ਨਾਲ ਹੀ ਹੋਵੇ, ਅਸੀਂ ਬਿਨਾਂ ਵਾਜੇ ਤਬਲੇ ਦੇ ਵੀ ਕੀਰਤਨ ਕਰ ਸਕਦੇ ਹਾਂ, ਕਿਉਂਕਿ ਕੀਰਤਨ ਦਾ ਮਤਲਬ ਹੁੰਦਾ ਉਸ ਪਰਮਾਤਮਾ ਦੀ ਉਸਤਤ ਨੂੰ ਗਾਣਾ। ਸੋ ਜ਼ਰੂਰ ਤੁਸੀਂ ਸਾਰੇ ਵਿਦਿਆਰਥੀ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਜ਼ਰੂਰ ਜਾਪ ਤੇ ਕੀਰਤਨ ਦੀ ਸੇਵਾ ਲਓ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਸਾਰੇ ਅਸੀਂ 4 ਵਜੇ ਮਿਲਾਂਗੇ ਜੀ। ਸੋ ਇੱਥੇ ਕੈਂਪ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।